सत श्री अकाल प्यारे बच्चों। स्कूल सिक्ख्या विभाग पंजाब वालों शुरू किए ऑनलाइन स्टडी चैनल ते तुहाडा सारिਆਂ ਦਾ स्वागत है। ਤਾਂ तैयार हो बच्चों, फिर चुको अपनियां किताबां कापियां पेन ते पेंसिलां ते शुरू करते हाँ अज की पढ़ाई। मैनू उम्मीद है बच्चों तुसी कल का काम बड़ी लगन अते मेहनत नाल जरूर किया होएगा। तो बच्चों अज भी ਵੱਖ-ਵੱਖ विषयों विच जो तुहानू समझाया जाएगा तुसी बड़े ध्यान नाल सुनना है, समझना है अते नाल नाल कापी ते लिखना भी है ते बाद विच उसदी दोहराई करनी है ते नाल याद भी करना है। तो बच्चों फिर शुरू करते हाँ अज दी पढ़ाई। सत श्री अकाल प्यारे बच्चों। मैडम जी सारे पासे उदासी क्यों है? सब कुछ फीका फीका क्यों लग रहा है? तुसी दसो बच्चों कि इस विच की नहीं है? मैडम जी इन्हां विच रंग नहीं हन। बिल्कुल सही, रंगा बिना इन्हां विच जान नहीं है। उदास ना होवो बच्चों, अखां बंद करो। 3 2 1। देखो रंग मुड़ आए। नीला अंबर, पीला सूरज, लाल गुलाब, हरा घाह, काला कां ते पूरा ऊठ। ने सोने प्यारे प्यारे निक्के निक्के बाल। आओ बच्चों खेडिए जोकर दे नाल जी जोकर दे नाल। होर सुनाओ की तुहाडे हाल चाल, होर सुनाओ की ने तुहाडे हाल चाल। मेरे कोल कई रंगां दे गुब्बारे ने। की तुहानू इन्हां गुब्बारियां दे रंगां बारे पता है? ए लाल रंग दा गुब्बारा है। टमाटर दा रंग भी लाल ते सेब दा रंग भी लाल ही हुंदा है। ए हरे रंग दा गुब्बारा है। कुछ सब्जियां दा रंग भी हरा ही हुंदा है। ए पीले रंग दा गुब्बारा है। वेखो बच्चों पतंग दा रंग भी पीला है। सूरज भी पीले रंग दा हुंदा है। ए नीले रंग दा गुब्बारा है। वेखो आसमान नीले रंग दा हुंदा है। ए काले रंग दा गुब्बारा है। साडे वाल भी काले रंग दे हुंदे हन। ए भूरे रंग दा गुब्बारा है। मिट्टी दा रंग भी भूरा हुंदा है ना बच्चों। लक्कड़ भी भूरे रंग दी हुंदी है। ए चिट्टे रंग दा गुब्बारा है। दुध अते दही चिट्टे रंग दे हुंदे हन। ए संतरी रंग दा गुब्बारा है। संतरा भी संतरी रंग दा हुंदा है। कट्टिया होया पपीता भी संतरी रंग दा हुंदा है। हुण बच्चों घर दा काम पन्ना नंबर 4 ते दिते गए रंगां दे नाम याद करो। धन्नवाद। जमात प्याली विशा गणित। प्यारे बच्चों अज असी अपनी किताब दे पन्ना नंबर 11 ਅਤੇ पन्ना नंबर 12 ਦੇ सवाल हल करांगे। आओ शुरू करिए। देखो गुब्बारे गिनो, संख्या पहचानो ਅਤੇ मिलान करो। ਤੁਸੀਂ देख रहे हो ਇੱਥੇ ਕੁਝ ਗੁਬਾਰੇ ਹਨ। ਤੁਸੀਂ ਇਨ੍ਹਾਂ ਗੁਬਾਰਿਆਂ ਨੂੰ ਗਿਣਨਾ ਹੈ ਅਤੇ ਸੰਖਿਆ ਨੂੰ ਪਹਿਚਾਨ ਕੇ ਉਹਨਾਂ ਦੇ ਨਾਲ ਮਿਲਾਨ ਕਰਨਾ ਹੈ। ਆਓ ਗੁਬਾਰੇ ਗਿਣਦੇ ਹਾਂ। 1 2 ਇਹ 2 ਗੁਬਾਰੇ ਹਨ। ਇਹਨਾਂ 2 ਗੁਬਾਰਿਆਂ ਨੂੰ ਅਸੀਂ ਸੰਖਿਆ 2 ਦੇ ਨਾਲ ਮਿਲਾਵਾਂਗੇ। ਅੱਗੇ ਗਿਣਦੇ ਹਾਂ 1 2 3 4 ਇਹ 4 ਗੁਬਾਰੇ ਹਨ। ਤਾਂ ਦੇਖੋ ਬੱਚਿਓ ਸੰਖਿਆ 4 ਕਿੱਥੇ ਹੈ? ਹਾਂਜੀ ਅਸੀਂ ਇਹਨਾਂ 4 ਗੁਬਾਰਿਆਂ ਨੂੰ ਸੰਖਿਆ 4 ਦੇ ਨਾਲ ਮਿਲਾਵਾਂਗੇ। 1 2 3 ਇਹਨਾਂ 3 ਗੁਬਾਰਿਆਂ ਨੂੰ ਕਿਹੜੀ ਸੰਖਿਆ ਨਾਲ ਮਿਲਾਵਾਂਗੇ? ਹਾਂਜੀ ਸੰਖਿਆ 3 ਦੇ ਨਾਲ। 1 2 3 4 5 ਇਹ 5 ਗੁਬਾਰੇ ਹਨ। ਇਹਨਾਂ 5 ਗੁਬਾਰਿਆਂ ਨੂੰ ਸੰਖਿਆ 5 ਨਾਲ ਮਿਲਾਉਂਦੇ ਹਾਂ। 1 ਇਹ 1 ਗੁਬਾਰਾ ਹੈ। ਤਾਂ ਦੇਖੋ ਸੰਖਿਆ 1 ਕਿੱਥੇ ਹੈ? ਹਾਂਜੀ ਇਹ ਸੰਖਿਆ 1 ਹੈ। 1 ਗੁਬਾਰੇ ਨੂੰ ਸੰਖਿਆ 1 ਨਾਲ ਮਿਲਾਉਂਦੇ ਹਾਂ। ਅੱਗੇ ਹੈ ਆਪਣੀਆਂ ਮਨਪਸੰਦ ਵਸਤੂਆਂ ਬਣਾਓ।
ਤੁਸੀਂ ਦੇਖ ਰਹੇ ਹੋ ਬੱਚਿਓ, ਇੱਥੇ ਕੁਝ ਸੰਖਿਆਵਾਂ ਹਨ। ਤੁਸੀਂ ਇਨ੍ਹਾਂ ਸੰਖਿਆਵਾਂ ਦੇ ਹੇਠ ਵਸਤੂਆਂ ਬਣਾਉਣੀਆਂ ਹਨ। ਜਿੰਨੀ ਸੰਖਿਆ ਹੈ ਉਨੀਆਂ ਹੀ ਵਸਤੂਆਂ ਬਣਾਉਣੀਆਂ ਹਨ। ਦੇਖੋ, ਇਹ ਸੰਖਿਆ 4 ਹੈ। ਮੈਂ ਇਸ ਡੱਬੇ ਦੇ ਵਿੱਚ 4 ਗੁਬਾਰੇ ਬਣਾਏ ਹਨ। ਤਾਂ ਦੇਖੋ ਬੱਚਿਓ, ਅੱਗੇ ਸੰਖਿਆ ਹੈ 3। ਬੱਚਿਓ, ਤੁਸੀਂ ਆਪਣੀ ਮਨਪਸੰਦ ਦੀਆਂ ਕੋਈ ਵੀ 3 ਵਸਤੂਆਂ ਨੂੰ ਇਸ ਡੱਬੇ ਵਿੱਚ ਬਣਾਉਣਾ ਹੈ। ਜਿਸ ਤਰ੍ਹਾਂ ਮੈਂ ਆਈਸਕ੍ਰੀਮ ਬਣਾਈਆਂ ਹਨ। ਇਸ ਤਰ੍ਹਾਂ ਹੀ ਤੁਸੀਂ ਬੱਚਿਓ ਅੱਗੇ ਸੰਖਿਆ 5 ਦੇ ਡੱਬੇ ਵਿੱਚ ਕੋਈ ਵੀ ਮਨਪਸੰਦ 5 ਵਸਤੂਆਂ ਬਣਾਉਣੀਆਂ ਹਨ। ਫਿਰ ਕੋਈ ਵੀ 1 ਵਸਤੂ ਬਣਾਉਣੀ ਹੈ ਅਤੇ ਫਿਰ ਅਗਲੇ ਡੱਬੇ ਵਿੱਚ ਕੋਈ ਵੀ ਮਨਪਸੰਦ 2 ਵਸਤੂਆਂ ਬਣਾਉਣੀਆਂ ਹਨ। ਅੱਗੇ ਹੈ ਪਾਸੇ ਤੇ ਜਿੰਨੇ ਬਿੰਦੂ ਦਿਖਾਈ ਦੇ ਰਹੇ ਹਨ ਉਨੇ ਹੀ ਮੋਤੀ ਮਾਲਾ ਵਿੱਚ ਬਣਾਓ ਅਤੇ ਅੰਕਾਂ ਨਾਲ ਮਿਲਾਓ। ਜਿਸ ਤਰ੍ਹਾਂ ਬੱਚਿਓ, ਇਸ ਪਾਸੇ ਤੇ 3 ਬਿੰਦੂ ਦਿਖਾਈ ਦੇ ਰਹੇ ਹਨ ਅਤੇ ਮਾਲਾ ਵਿੱਚ 3 ਮੋਤੀ ਹਨ। ਇਨ੍ਹਾਂ 3 ਮੋਤੀਆਂ ਨੂੰ ਸੰਖਿਆ 3 ਨਾਲ ਮਿਲਾਉਣਾ ਹੈ। ਆਓ ਅਗਲੇ ਪਾਸੇ ਦੇ ਬਿੰਦੂ ਗਿਣਦੇ ਹਾਂ। 1 2 3 4 5 ਇਹ 5 ਬਿੰਦੂ ਹਨ। ਹੁਣ ਮਾਲਾ ਦੇ ਵਿੱਚ 5 ਮੋਤੀ ਬਣਾਉਂਦੇ ਹਾਂ। ਇਨ੍ਹਾਂ 5 ਮੋਤੀਆਂ ਨੂੰ ਹੁਣ ਸੰਖਿਆ 5 ਨਾਲ ਮਿਲਾਵਾਂਗੇ। ਅੱਗੇ ਦੇਖੋ, 1 2 ਇਸ ਪਾਸੇ ਤੇ 2 ਬਿੰਦੂ ਹਨ। ਤਾਂ ਇਸ ਮਾਲਾ ਵਿੱਚ 2 ਮੋਤੀ ਬਣਾਵਾਂਗੇ ਅਤੇ ਇਸ ਨੂੰ ਸੰਖਿਆ 2 ਨਾਲ ਮਿਲਾਵਾਂਗੇ। ਦੇਖੋ, ਇਸ ਪਾਸੇ ਤੇ 4 ਬਿੰਦੂ ਹਨ ਅਤੇ ਮਾਲਾ ਵਿੱਚ 4 ਮੋਤੀ ਬਣਾਵਾਂਗੇ ਅਤੇ ਸੰਖਿਆ 4 ਨਾਲ ਮਿਲਾਵਾਂਗੇ। ਉਸ ਤਰ੍ਹਾਂ ਹੀ ਇਸ ਪਾਸੇ ਤੇ 1 ਬਿੰਦੂ ਹੈ ਤਾਂ ਮਾਲਾ ਵਿੱਚ 1 ਮੋਤੀ ਬਣਾਇਆ, ਸੰਖਿਆ 1 ਨਾਲ ਮਿਲਾਇਆ। ਅੱਗੇ ਹੈ ਦਿੱਤੇ ਅੰਕ ਅਨੁਸਾਰ ਗਮਲੇ ਵਿੱਚ ਫੁੱਲ ਬਣਾਓ। ਦੇਖੋ ਬੱਚਿਓ, ਗਮਲਿਆਂ ਤੇ ਅੰਕ ਲਿਖੇ ਹੋਏ ਹਨ। ਇਹ ਅੰਕ 3 ਹੈ। ਇਸ ਗਮਲੇ ਵਿੱਚ 3 ਫੁੱਲ ਬਣਾਵਾਂਗੇ। ਇਸ ਗਮਲੇ ਤੇ ਅੰਕ 5 ਹੈ ਤਾਂ ਇਸ ਗਮਲੇ ਵਿੱਚ 5 ਫੁੱਲ ਬਣਾਵਾਂਗੇ। ਤਾਂ ਬੱਚਿਓ, ਇਸੇ ਤਰ੍ਹਾਂ ਹੀ ਤੁਸੀਂ ਦਿੱਤੇ ਅੰਕ ਦੇ ਅਨੁਸਾਰ ਗਮਲੇ ਵਿੱਚ ਫੁੱਲ ਬਣਾਉਣੇ ਹਨ। ਪਿਆਰੇ ਬੱਚਿਓ, ਹੁਣ ਤੁਸੀਂ ਵੀ ਆਪਣੇ ਘਰ ਆਪਣੀ ਕਿਤਾਬ ਦੇ ਪੇਜ ਨੰਬਰ 11 ਅਤੇ ਪੇਜ ਨੰਬਰ 12 ਤੇ ਸੋਹਣਾ ਕੰਮ ਕਰਨਾ ਹੈ। ਧੰਨਵਾਦ। Good morning, children. Welcome to English class. Once again, I am with you to share something new. I am your teacher, Rachna, and you will call me Rachna ma'am. Rachna ma'am. That's better. Today, we will learn something new and interesting. Any guesses? Yes? Rhymes? You are right. It's rhymes. And you love to rhyme. I love to rhyme. Let's rhyme together and have a great time. Why not, children? Sure. Today, I will teach you a rhyme, Baba Black Sheep. So, let's enjoy it. Where is the black sheep? It's there. And can you tell me, what do sheep give us? It's wool. Sheep give us wool. And so, let's see. This black sheep gives us wool or not? Let's sing the rhyme. You will do all the actions with me. So, let's start. Baba Black Sheep. Yes, children, do it like this and start. Baba Black Sheep, have you any wool? Yes, sir, 3 bags full. 1 for the master, 1 for the dame, 1 for the little boy who lives down the lane. Well done, children. And children, always remember, sharing is caring. We should always help others. Let's do it once again. Come. Baba Black Sheep, have you any wool? Yes, sir, 3 bags full. 1 for the master, 1 for the dame, 1 for the little boy who lives down the lane. Well done, children. You are the best. And we have to remember, sharing is caring. And we should always help others. So, you will practice it at home with all the actions.
Children, let's sing this rhyme once again. Come. Baba, black sheep, have you any wool? Yes, sir, 3 bags full. Baba, black sheep, have you any wool? Yes, sir, 3 bags full. One for my master and one for the dame, one for the little boy who lives down the lane. Baba, black sheep, have you any wool? Yes, sir, 3 bags full. It's time for homework. Children, practice this rhyme with actions that we have learned today. And it is in your textbook on page number 3. It is Baba Black Sheep. Look here. Baba Black Sheep, have you any wool? Yes, sir, 3 bags full. One for the master, one for the dame, one for the little boy who lives down the lane. ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਬੱਚਿਓ, ਅਸੀਂ ਮਾਤਰਾਵਾਂ ਦੀ ਦੁਹਰਾਈ ਕਰ ਰਹੇ ਹਾਂ ਤੇ ਇਸੇ ਤਹਿਤ ਤੁਸੀਂ ਕੰਨਾਂ ਮਾਤਰਾ ਵਾਲੇ ਸ਼ਬਦ ਪੜ੍ਹ ਰਹੇ ਹੋ। ਆਓ ਕੁਝ ਸ਼ਬਦਾਂ ਦੀ ਦੁਹਰਾਈ ਕਰਦੇ ਹਾਂ। ਪੜ੍ਹੋ ਜੀ। ਕਾਰ, ਤਾਰ, ਜਾਲ, ਦਾਲ, ਸਾਗ, ਕਾਕਾ, ਪਾਪਾ, ਚਾਚਾ, ਮਾਤਾ, ਬਾਬਾ, ਰਾਤ। ਆਓ ਬੱਚਿਓ, ਹੁਣ ਆਪਾਂ ਕੁਝ ਹੋਰ ਨਵੇਂ ਸ਼ਬਦ ਪੜ੍ਹਦੇ ਹਾਂ। ਪਹਿਲਾ ਸ਼ਬਦ ਹੈ ਗਾਜਰ। ਗਾਜਰ। ਗਾਜਰ ਲਾਲ ਰੰਗ ਦੀ ਹੁੰਦੀ ਹੈ ਤੇ ਇਹ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ। ਅੱਗੇ ਹੈ ਪਾਲਕ। ਪਾਲਕ। ਬੱਚਿਓ, ਹਰਾ ਹਰਾ ਪਾਲਕ ਵੀ ਜ਼ਰੂਰ ਖਾਣਾ ਚਾਹੀਦਾ ਹੈ। ਚਾਦਰ। ਚਾਦਰ। ਚਾਦਰ ਅਸੀਂ ਬੈੱਡ ਤੇ ਵਿਛਾਉਂਦੇ ਹਾਂ। ਸਾਗਰ। ਸਾਗਰ। ਸਾਗਰ ਭਾਵ ਸਮੁੰਦਰ। ਸਾਗਰ ਬਹੁਤ ਵੱਡਾ ਹੁੰਦਾ ਹੈ। ਆਦਤ। ਆਦਤ। ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਚਾਨਣ। ਚਾਨਣ। ਚਾਨਣ ਭਾਵ ਰੌਸ਼ਨੀ। ਯਾਤਰਾ। ਯਾਤਰਾ। ਬੱਚਿਓ, ਯਾਤਰਾ ਭਾਵ ਕਿਸੇ ਹੋਰ ਸਥਾਨ ਤੇ ਘੁੰਮਣ ਜਾਣਾ। ਪਟਾਕਾ। ਪਟਾਕਾ। ਬੱਚਿਓ, ਦੀਵਾਲੀ ਤੇ ਅਸੀਂ ਪਟਾਕੇ ਚਲਾਉਂਦੇ ਹਾਂ। ਬਦਾਨਾ। ਬਦਾਨਾ। ਹਾਂਜੀ, ਮਿੱਠਾ ਮਿੱਠਾ ਬਦਾਨਾ ਕਿੰਨਾ ਸਵਾਦ ਹੁੰਦਾ ਹੈ। ਪਜਾਮਾ। ਪਜਾਮਾ। ਹਾਂਜੀ, ਕੁੜਤਾ ਪਜਾਮਾ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਹੈ। ਤਮਾਸ਼ਾ। ਤਮਾਸ਼ਾ। ਬੱਚਿਓ, ਜਾਦੂ ਦਾ ਤਮਾਸ਼ਾ ਤਾਂ ਤੁਸੀਂ ਜ਼ਰੂਰ ਦੇਖਿਆ ਹੋਣਾ। ਆਓ ਇੱਕ ਵਾਰ ਪੜ੍ਹੇ ਹੋਏ ਸ਼ਬਦਾਂ ਨੂੰ ਦੁਹਰਾਈਏ। ਗਾਜਰ, ਪਾਲਕ, ਚਾਦਰ, ਸਾਗਰ, ਆਦਤ, ਚਾਨਣ, ਯਾਤਰਾ, ਚਾਦਰਾ, ਪਟਾਕਾ, ਬਦਾਨਾ, ਪਜਾਮਾ, ਤਮਾਸ਼ਾ। ਬੱਚਿਓ, ਅੱਜ ਘਰ ਦੇ ਕੰਮ ਵਿੱਚ ਤੁਸੀਂ ਇਹ ਸਾਰੇ ਸ਼ਬਦ ਆਪਣੀ ਪੰਜਾਬੀ ਦੀ ਕਾਪੀ ਵਿੱਚ ਸੋਹਣੀ ਸੋਹਣੀ ਲਿਖਾਈ ਵਿੱਚ ਲਿਖਣੇ ਹਨ ਤੇ ਨਾਲ ਹੀ ਇਹ ਯਾਦ ਵੀ ਕਰਨੇ ਹਨ। ਪਿਆਰੇ ਬੱਚਿਓ, ਅੱਜ ਆਪਾਂ 1 ਤੋਂ 20 ਤੱਕ ਸੰਖਿਆਵਾਂ ਕਰੰਸੀ ਨੋਟ ਅਤੇ ਮਾਨ ਕਾਰਡ ਦੀ ਮਦਦ ਦੇ ਨਾਲ ਪੜ੍ਹਨੀਆਂ ਤੇ ਲਿਖਣੀਆਂ ਸਿੱਖਾਂਗੇ। ਇਹ ਬੇਟਾ ਮੇਰੇ ਕੋਲ ਕਰੰਸੀ ਨੋਟ ਨੇ। ਇਸ ਤਰ੍ਹਾਂ ਦੇ ਨੋਟ ਤੁਸੀਂ ਘਰ ਵੀ ਕਾਗਜ਼ ਦੇ ਬਣਾ ਸਕਦੇ ਹੋ। ਚਲੋ ਮੇਰੇ ਨਾਲ ਗਿਣੋ। 1 2 3 4 5 6 7 8 9 10। ਇਹ ਹੁਣ ਇੱਕ ਇੱਕ ਦੇ ਕਿੰਨੇ ਨੋਟ ਨੇ ਬੇਟਾ? 10। ਇੱਕ ਇੱਕ ਦੇ ਨੋਟਾਂ ਬਦਲੇ ਜੇਕਰ ਮੈਂ 10 ਰੁਪਏ ਲੈ ਲਵਾਂ ਤਾਂ ਇਹਨਾਂ ਦਾ ਮੁੱਲ ਵੀ 10 ਰੁਪਏ ਹੀ ਹੈ। ਫਿਰ ਇੱਕ ਇੱਕ ਦੇ ਨੋਟਾਂ ਦਾ ਮੁੱਲ ਕਿੰਨਾ ਹੈ? 10 ਰੁਪਏ। ਤੇ ਜੇ ਇਹਦੇ ਬਦਲੇ ਮੈਂ ਇੱਕ ਨੋਟ 10 ਦਾ ਲੈਂਦੀ ਹਾਂ ਤੇ ਇਹ ਵੀ ਕਿਹਦੇ ਬਰਾਬਰ ਆ? 10 ਰੁਪਏ ਦੇ ਬਰਾਬਰ।
ਹੈ। ਹੁਣ ਬੇਟਾ ਆਪਾਂ ਜੇਕਰ ਇਹਨਾਂ ਦੇ ਨਾਮ ਬਦਲ ਦਈਏ, 1 ਰੁਪਏ ਦੇ ਨੋਟਾਂ ਨੂੰ ਆਪਾਂ ਇਕਾਈ ਦਾ ਨਾਂ ਦੇ ਦਈਏ ਤੇ 10 ਰੁਪਏ ਦੇ ਨੋਟ ਨੂੰ ਆਪਾਂ ਦਹਾਈ ਦਾ ਨਾਂ ਦੇ ਦਈਏ, ਤਾਂ ਫਿਰ ਆਪਣੇ ਕੋਲ ਕੀ ਹੋਵੇਗਾ? ਇਸ ਤਰ੍ਹਾਂ ਹੋਵੇਗਾ ਕਿ 10 ਇਕਾਈਆਂ ਬਰਾਬਰ ਹੈ 1 ਦਹਾਈ। ਤੇ ਹੁਣ ਅੱਜ ਆਪਾਂ ਬੇਟਾ ਇਸ ਤੋਂ ਅੱਗੇ ਜਿਹੜਾ ਆ ਉਹ ਦੇਖਦੇ ਆ ਕਰੰਸੀ ਨੋਟਾਂ ਨਾਲ ਹੀ ਕਿ ਕਿੰਨੇ ਰੁਪਏ ਦੀ ਆਪਾਂ ਬਣਾਉਂਦੇ ਆ। ਆ ਕਿੰਨੇ ਬਣ ਗਏ ਬੇਟਾ? 10 ਤੋਂ 1 ਰੁਪਏ ਉੱਪਰ ਕਿੰਨੇ ਹੋ ਗਏ? 10 1 11, ਠੀਕ ਹੈ। ਤੇ ਆ 2 ਨੋਟ ਹੋਰ ਰੱਖੇ, ਕਿੰਨੇ ਬਣ ਗਏ? 13, ਠੀਕ ਹੈ। 14 15 16 17 18 19, ठीक है बेटा। कितने बन गए? 19। ਹੁਣ ਇਹ 19 ਬੇਟਾ ਕਿਸ ਤਰ੍ਹਾਂ ਲਿਖਾਂਗੇ ਆਪਾਂ? ਕਿੰਨੇ ਆ ਆਪਣੇ ਕੋਲ? 10 ਰੁਪਏ ਦਾ ਇੱਕ ਨੋਟ ਆ ਤੇ 1 ਰੁਪਏ ਦੇ 9 ਨੋਟ ਨੇ, ਇਦਾਂ ਹੋ ਗਿਆ, ਠੀਕ ਹੈ। ਹੁਣ ਇਹਨੂੰ ਆਪਾਂ ਮਾਨ ਕਾਰਡ ਤੇ ਕਿਵੇਂ ਦਰਸਾਵਾਂਗੇ? ਦੇਖੋ 10 ਦਾ ਮਾਨ ਕਾਰਡ, ਫਿਰ 9 ਦਾ ਮਾਨ ਕਾਰਡ, ਇਹ ਕਿੰਨੇ ਬਣ ਗਏ? 19। ਹੁਣ ਮੈਂ ਗੱਲ ਕੀਤੀ ਸੀ ਇਕਾਈ ਤੇ ਦਹਾਈ ਦੀ। 1 ਰੁਪਏ ਨੂੰ ਆਪਾਂ ਕੀ 1 ਰੁਪਏ ਦੇ ਕੀ ਆ? ਇਕਾਈ, ਤੇ 10 ਰੁਪਏ ਕੀ ਨੇ? ਦਹਾਈ। ਹੁਣ ਆਪਾਂ ਇਸ ਸਾਰਣੀ ਦੇ ਵਿੱਚ ਇਕਾਈ ਤੇ ਦਹਾਈ ਨੂੰ ਦੇਖਾਂਗੇ। ਆਪਣੇ ਕੋਲ ਹੁਣ ਕਿੰਨੀਆਂ ਇਕਾਈਆਂ ਨੇ? 9। ਕਿੰਨੀਆਂ ਇਕਾਈਆਂ ਨੇ? 9। ਤੇ ਦਹਾਈਆਂ ਕਿੰਨੀਆਂ ਨੇ? 1, ਕਿਉਂਕਿ 10 ਦਾ ਨੋਟ ਕਿੰਨਾ ਹੈ? 1 ਨੋਟ ਆ, ਤੇ ਦਹਾਈ ਦੇ ਸਥਾਨ ਤੇ ਕੀ ਆਵੇਗਾ? 1। ਇਹ ਕਿੰਨਾ ਬਣ ਗਿਆ? 19। ਇਹਨੂੰ ਲਿਖਾਂਗੇ ਕਿਸ ਤਰ੍ਹਾਂ ਆਪਾਂ ਬੇਟਾ? ਇਸ ਤਰ੍ਹਾਂ 19 ਸ਼ਬਦਾਂ ਵਿੱਚ 19, ਠੀਕ ਹੈ ਬੇਟਾ। ਹੁਣ ਬੇਟਾ ਦੇਖੋ ਅੱਗੇ ਚੱਲਦੇ ਹਾਂ ਆਪਾਂ। ਇਹ ਕਿੰਨੇ ਨੋਟ ਨੇ? 1 ਰੁਪਏ ਦੇ 9 ਨੋਟ। ਤੇ ਜੇ ਮੈਂ ਇੱਕ ਨੋਟ ਹੋਰ 1 ਰੁਪਏ ਦਾ ਲੈ ਲਵਾਂ ਤਾਂ ਇਹ ਕਿੰਨੇ ਬਣ ਗਏ? 1 ਰੁਪਏ ਦੇ 10 ਨੋਟ। ਤੇ ਤੁਹਾਨੂੰ ਪਤਾ ਹੈ ਕਿ 1 ਰੁਪਏ ਦੇ 10 ਨੋਟਾਂ ਦਾ ਮੁੱਲ 10 ਦੇ 1 ਨੋਟ ਦੇ ਬਰਾਬਰ ਹੁੰਦਾ ਹੈ। ਤੇ ਆਪਾਂ ਜੇ ਇਹਦੀ ਜਗ੍ਹਾ ਤੇ 1 ਨੋਟ 10 ਦਾ ਹੋਰ ਲੈ ਲਈਏ ਤਾਂ ਇਹ ਕਿੰਨੇ ਬਣ ਗਏ? 10 ਤੇ 10 20 ਰੁਪਏ। ਕਿੰਨੇ ਰੁਪਏ ਬਣ ਗਏ? 20 ਰੁਪਏ। ਤੇ ਹੁਣ ਆਪਣੇ ਕੋਲ ਇਹ ਬਣ ਗਏ 20 ਰੁਪਏ। ਇਹਦੇ ਵਿੱਚ ਹੁਣ 1 ਰੁਪਏ ਦਾ ਕੋਈ ਨੋਟ ਨਹੀਂ ਆ, ਇਹ ਸਿੱਧੇ ਕਿੰਨੇ ਨੇ? 20। ਹੁਣ ਆਪਣੇ ਕੋਲ ਮਾਨ ਕਾਰਡ ਦੇ ਵਿੱਚ ਕੀ ਆ? ਇਹ 20, ਠੀਕ ਹੈ ਬੇਟਾ। ਤੇ ਇਹ ਹੁਣ ਬਣ ਗਏ 20 ਰੁਪਏ। ਇੱਥੇ ਆਪਾਂ ਸਾਰਣੀ ਵਿੱਚ ਕਿਵੇਂ ਦਰਸਾਵਾਂਗੇ? ਇਕਾਈ ਦੀ ਜਗ੍ਹਾ ਤੇ ਕੋਈ ਨੋਟ ਨਹੀਂ ਆ, ਤੇ ਦਹਾਈਆਂ ਕਿੰਨੀਆਂ ਨੇ? 10 ਦੇ ਕਿੰਨੇ ਨੋਟ ਆ? 2। ਇਹਦਾ ਮਤਲਬ ਇੱਥੇ ਕੀ ਆਵੇਗਾ? 2 ਦਹਾਈਆਂ। ਇਹ ਕੀ ਬਣ ਗਿਆ? ਆਪਣੇ 20 ਰੁਪਏ। ਅੱਜ ਦੇ ਲਈ ਬੇਟਾ ਇੰਨਾ ਹੀ। ਹੁਣ ਤੁਸੀਂ ਘਰ ਦੇ ਕੰਮ ਵਿੱਚ ਨੋਟ ਕਰੋ। 12 14 16 ਅਤੇ 18 ਇਹ ਸੰਖਿਆਵਾਂ ਤੁਸੀਂ ਕਰੰਸੀ ਨੋਟਾਂ ਦੇ ਮਦਦ ਦੇ ਨਾਲ ਬਣਾਉਣੀਆਂ ਨੇ। ਕਰੰਸੀ ਨੋਟ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਤੁਸੀਂ ਘਰ 'ਚ ਬਣਾ ਸਕਦੇ ਹੋ। ਅੱਜ ਦੇ ਲਈ ਇੰਨਾ ਹੀ, ਫਿਰ ਮਿਲਾਂਗੇ ਅਗਲੀ ਵੀਡੀਓ 'ਚ। ਧੰਨਵਾਦ। Hello kids, let's learn English. Today we are going to match the letters with the pictures. First of all, let's read the letters. A apple. A ant. A aeroplane. The next letter is B. Ball. B boy. Bat. Yes. The next letter is C. Cap. Cat. Car. Yes, right. The next letter is D. Dog. Doll. Door. Very good. Now let's match the letters with pictures. Children,
Let's read these letters. The first letter is C, second B, third is D, and last one is A. And the pictures are dog, apple, car, bug. Yes. Now let's match the letter with picture. The first letter is C, and we will match C with picture. Yes, C, car. Very good. B, bug. Very good. D, dog. And last one is A. And A match with apple. You are right. Very good. Dear children, we have another set of letters. The first letter is D, second one is B, C, and last one is A. And first pictures: cat, ant, dog, bat. We will match D with which picture? Yes, D, doll. B, bat. C, cat. A, yes, ant. Very good. Children, keep learning. Thank you. ਸਾਡਾ ਦੇਸ਼ ਕਵਿਤਾ ਤੁਸੀਂ ਗਾ ਕੇ ਵੀ ਦੇਖੀ, ਤੁਸੀਂ ਕਿਤਾਬਾਂ ਦੇ ਤੋਂ ਵੀ ਪੜ੍ਹੀ, ਤੇ ਤੁਸੀਂ ਕੀ ਕੰਟੈਂਟ ਦੇ ਰੂਪ ਦੇ ਵਿੱਚ ਇਹਦਾ ਵੀਡੀਓ ਵੀ ਸੁਣਿਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕੀਤੀਆਂ। ਇੱਕ ਚੀਜ਼ ਕਵਿਤਾ ਦੇ ਵਿੱਚ ਹੋਰ ਕੀ ਹੁੰਦੀ ਹੈ, ਖਾਸ ਕਰਕੇ ਜਿਹੜੀ ਕਵਿਤਾ ਨੂੰ ਕਵਿਤਾ ਬਣਾਉਂਦੀ ਹੈ, ਜਿਹੜੀ ਕਵਿਤਾ ਨੂੰ ਇੱਕ ਲੈਅ ਦੇ ਵਿੱਚ ਲੈ ਕੇ ਆਉਂਦੀ ਹੈ, ਜਿਹੜੀ ਕਵਿਤਾ ਨੂੰ ਹੋਰ ਲੈਅਮਈ ਜਾਂ ਸੁੰਦਰ ਬਣਾਉਂਦੀ ਹੈ, ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਕਵਿਤਾ ਦੇ ਬੇਟੇ ਜਿਹੜੇ ਆਖਰੀ ਸ਼ਬਦ ਹੁੰਦੇ ਆ, ਉਹ ਆਖਰੀ ਸ਼ਬਦ ਇੱਕ ਦੂਜੇ ਨਾਲ ਜੁੜੇ ਹੁੰਦੇ ਆ, ਉਹਨਾਂ ਦਾ ਤੁਕਾਂਤ ਮਿਲਦਾ ਹੁੰਦਾ ਇੱਕ ਦੂਜੇ ਦੇ ਨਾਲ। ਉਹ ਤੁਕਾਂਤ ਕਿਵੇਂ ਮਿਲਦਾ ਹੁੰਦਾ ਤੇ ਉਸੇ ਕਰਕੇ ਉਹ ਕਵਿਤਾ ਜਿਹੜੀ ਸਾਨੂੰ ਗਾਉਣ ਦੇ ਵਿੱਚ ਵਧੀਆ ਲੱਗਦੀ ਹੈ, ਗਾਈ ਜਾਂਦੀ ਹੈ। ਇਸ ਕਰਕੇ ਉਹ ਤੁਕਾਂਤ ਕਰਕੇ ਕਵਿਤਾ ਜਿਹੜੀ ਉਹ ਗਾਈ ਜਾਂਦੀ ਹੈ। ਸੋ ਉਹ ਕਵਿਤਾ ਦੇ ਤੁਕਾਂਤ ਦੇ ਵਿੱਚ ਕਿਹੜੇ ਕਿਹੜੇ ਸ਼ਬਦ ਹੁੰਦੇ ਨੇ ਤੇ ਉਹ ਸ਼ਬਦ ਕਿੱਥੇ ਕਿੱਥੇ ਆਏ ਨੇ, ਕੁਝ ਸ਼ਬਦ ਮੈਂ ਤੁਹਾਨੂੰ ਕਰਾਉਂਗਾ ਤੇ ਉਸ ਤੋਂ ਬਾਅਦ ਕੁਝ ਸ਼ਬਦ ਤੁਸੀਂ ਫਿਰ ਆਪ ਲੱਭਣੇ ਆ ਕਵਿਤਾ ਦੇ ਵਿੱਚੋਂ ਕਿ ਉਹ ਸ਼ਬਦ ਕਿੱਥੇ ਕਿੱਥੇ ਆਏ ਆ ਤੇ ਕਿਵੇਂ ਕਿਵੇਂ ਆਏ। ਕੁਝ ਸ਼ਬਦਾਂ ਦੀ ਗੱਲ ਮੈਂ ਕਰਦਾ, ਆਪਾਂ ਲਿਖਦੇ ਵੀ ਆ ਉਹਨਾਂ ਨੂੰ, ਤੁਸੀਂ ਵੀ ਧਿਆਨ ਨਾਲ ਪਹਿਲਾਂ ਸੁਣੋ ਵੀਡੀਓ ਨੂੰ, ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਕਵਿਤਾ ਦੇ ਵਿੱਚੋਂ ਸ਼ਬਦ ਲੱਭਣੇ ਆ ਤੇ ਆਪਣੀ ਕਾਪੀ ਦੇ ਉੱਤੇ ਵੀ ਸ਼ਬਦ ਉਹਦੇ ਲਿਖਣੇ ਆ ਕਿ ਤੁਕਾਂਤ ਦੇ ਵਾਲੇ ਕਿਹੜੇ ਕਿਹੜੇ ਸ਼ਬਦ ਨੇ ਜਿਹੜੇ ਤੁਸੀਂ ਇਸ ਕਵਿਤਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇ। ਜਿਵੇਂ ਸਭ ਤੋਂ ਪਹਿਲਾਂ ਇੱਕ ਸ਼ਬਦ ਵਿੱਚ ਮੈਂ ਬੋਲਦਾ ਆਪਣੀ ਕਵਿਤਾ ਦੇ ਵਿੱਚ ਆਇਆ, ਉਹ ਹੈਗਾ ਨਿਆਰਾ। ਹੁਣ ਨਿਆਰਾ ਸ਼ਬਦ ਦੇ ਨਾਲ ਬੇਟੇ ਕਵਿਤਾ ਦੇ ਵਿੱਚ ਕੀ ਤੁਕਾਂਤ ਮੇਲ ਕੀਤਾ ਗਿਆ, ਇਸ ਸ਼ਬਦ ਦੇ ਨਾਲ ਮਿਲਦਾ ਸ਼ਬਦ ਅਗਲੀ ਲਾਈਨ ਦੇ ਵਿੱਚ ਕਿਹੜਾ ਹੁੰਦਾ ਹੈ। ਅਗਲੀ ਲਾਈਨ ਦੇ ਵਿੱਚ ਜਿਹਨਾਂ ਆਪਾਂ ਇਹਨੂੰ ਕਹਿੰਦੇ ਆ ਨਿਆਰਾ, ਇਹਦੇ ਨਾਲ ਹੀ ਸ਼ਬਦ ਜਿਹੜਾ ਅਗਲਾ ਜੁੜਿਆ ਹੋਇਆ ਉਹ ਹੈਗਾ ਪਿਆਰਾ। ਹੁਣ ਜਦੋਂ ਆਪਾਂ ਦੋਨੇ ਸ਼ਬਦਾਂ ਨੂੰ ਬੋਲ ਕੇ ਦਿਖਾਂਗੇ, ਨਿਆਰਾ ਪਿਆਰਾ, ਦੋਨੇ ਆਪਸ ਦੇ ਵਿੱਚ ਮਿਲਦੇ ਆ, ਦੋਨਾਂ ਦੀਆਂ ਧੁਨੀਆਂ ਜਿਹੜੀਆਂ ਆਪਸ ਦੇ ਵਿੱਚ ਮਿਲਦੀਆਂ, ਦੋਨਾਂ ਦੇ ਤੁਕਾਂਤ ਆ ਜਿਹੜੇ ਆਪਸ ਦੇ ਵਿੱਚ ਮਿਲਦੇ ਆ। ਜੇ ਆਪਾਂ ਪੂਰੀ ਲਾਈਨ ਜਿਹੜੀ ਆਪਣੀ ਕਵਿਤਾ ਦੇ ਵਿੱਚੋਂ ਪੜਾਂਗੇ, ਦੇਖੋ ਕਿਵੇਂ ਜੋੜਦਾ ਦੋਨੇ ਚੀਜ਼ਾਂ ਨੂੰ ਕਿ ਸਾਡਾ ਦੇਸ਼ ਹੈਗਾ ਜੱਗ ਤੋਂ ਨਿਆਰਾ, ਇਹਦਾ ਸਭ ਕੁਝ ਸਾਨੂੰ ਪਿਆਰਾ। ਸਾਡਾ ਦੇਸ਼ ਹੈ ਜੱਗ ਤੋਂ ਨਿਆਰਾ, ਇਹਦਾ ਸਭ ਕੁਝ ਸਾਨੂੰ ਪਿਆਰਾ। ਦੇਖੋ ਦੋਨੇ ਚੀਜ਼ਾਂ ਦਾ ਤੁਕਾਂਤ ਹੈ ਜਿਹੜਾ ਆਪਸ ਦੇ ਵਿੱਚ ਮਿਲ ਰਿਹਾ। ਇਹਨੂੰ ਅਸੀਂ ਜਦੋਂ ਦੋ ਸ਼ਬਦ ਕਵਿਤਾ ਦੀ ਲਾਈਨਾਂ ਦੇ ਵਿੱਚ ਅਖੀਰਲੇ ਦੋ ਸ਼ਬਦ ਇਸ ਤਰੀਕੇ ਨਾਲ ਮਿਲਦੇ ਆ, ਉਹਨੂੰ ਅਸੀਂ ਕਹਿੰਦੇ ਆ ਤੁਕਾਂਤ ਮੇਲ। ਕਵਿਤਾ ਦੇ ਵਿੱਚ ਕੀ ਹੁੰਦਾ ਬੇਟੇ, ਤੁਕਾਂਤ ਮੇਲ ਹੁੰਦਾ, ਇਹ ਦੋਨੇ ਸ਼ਬਦ ਆਪਸ ਦੇ ਵਿੱਚ ਮਿਲ ਰਹੇ ਆ। ਇਸੇ ਤਰ੍ਹਾਂ ਹੋਰ ਸ਼ਬਦ ਦੇਖਦੇ ਆਪਾਂ, ਇੱਕ ਲਾਈਨ ਦੇ ਵਿੱਚ ਦੋ ਸ਼ਬਦ ਆਏ ਸਾਡੇ ਕੋਲ, ਇੱਕ ਹੈਗਾ ਖੇਤ, ਇੱਕ ਹੈਗਾ ਰੇਤ। ਦੇਖੋ ਦੋਨੇ ਸ਼ਬਦਾਂ ਦੇ ਵਿੱਚ ਤੁਕਾਂਤ ਜਦੋਂ ਮਿਲਿਆ ਸੀਗਾ ਤਾਂ ਇੱਥੇ ਵੀ ਰਾਰੇ ਕਰਨਾ ਆ ਰਿਹਾ ਸੀ, ਇੱਥੇ ਵੀ ਰਾਰੇ ਕਰਨਾ ਆ ਰਿਹਾ ਸੀ। ਨਿਆਰਾ ਪਿਆਰਾ ਦੋਨੇ ਸ਼ਬਦਾਂ ਦੇ ਅੰਤ ਦੇ ਵਿੱਚ ਰਾਰਾ ਆ ਰਿਹਾ ਸੀ। ਜਦੋਂ ਇੱਥੇ ਆਪਾਂ ਦੋਨਾਂ ਸ਼ਬਦਾਂ ਦਾ ਤੁਕਾਂਤ ਮੇਲ ਦੇਖਦੇ ਬੇਟੇ, ਇੱਥੇ ਵੀ ਤੱਤਾ ਤੇ ਇੱਥੇ ਵੀ 10 ਦੇ ਵਿੱਚ ਤੱਤਾ। ਖੇਤ ਰੇਤ, ਖੇਤ ਰੇਤ। ਹੁਣ ਇਹ ਸ਼ਬਦ ਆਪਣੀ ਕਵਿਤਾ ਦੇ ਵਿੱਚ ਕਿਵੇਂ ਆਇਆ, ਕਿਹੜੀ ਲਾਈਨ ਦੇ ਵਿੱਚ ਆਇਆ? ਦੇਖੋ ਉਹ ਲਾਈਨ ਹੈਗੀ ਹੈ, ਇਹਦੇ ਹਰੇ ਭਰੇ ਨੇ ਖੇਤ, ਸੋਨਾ ਉਗਲੇ ਇਹਦੀ ਰੇਤ। ਇਹਦੇ ਹਰੇ ਭਰੇ ਨੇ ਖੇਤ, ਸੋਨਾ ਉਗਲੇ ਇਹਦੀ ਰੇਤ। ਸੋ ਇਹ ਤੁਕਾਂਤ ਮੇਲ ਜਿਹੜੇ ਇੱਕ ਦੋ ਸਤਰਾਂ ਦੇ ਵਿੱਚ ਦੋ ਸ਼ਬਦਾਂ ਨਾਲ ਹੋਇਆ, ਅਗਲੀਆਂ ਦੋ ਸਤਰਾਂ ਦੇ ਵਿੱਚ ਆਹ ਦੋ ਸ਼ਬਦਾਂ ਨਾਲ ਹੋਇਆ। ਇਸ ਤਰ੍ਹਾਂ ਅਗਲੀਆਂ ਦੋ ਸਤਰਾਂ ਆਪਾਂ ਹੋਰ ਦੇਖ ਲੈਂਦੇ ਹਾਂ ਤੁਕਾਂਤ ਮੇਲ ਦੀਆਂ ਸਾਡੇ ਕੋਲੇ। ਉਹ ਜਿਵੇਂ
ਇੱਕ ਸ਼ਬਦ ਦੀ ਆਪਾਂ ਦੁਬਾਰਾ ਦੇਖਦੇ ਜਿਵੇਂ ਇੱਥੇ ਪਿਆਰਾ ਇੱਥੇ ਨਿਆਰਾ ਸੀ। ਇਸੇ ਤਰ੍ਹਾਂ ਪਿਆਰਾ ਸ਼ਬਦ ਦੁਬਾਰਾ ਫਿਰ ਵੀ ਆਇਆ ਹੈ ਪਾਣੀ ਦੇ ਵਿੱਚ। ਉਹਦੇ ਵਿੱਚ ਹੈਗਾ ਬੇਟਾ ਪਿਆਰਾ, ਇਹਦਾ ਟ੍ਰਾਂਸਲੇਟ ਹੈਗਾ ਧਾਰਾ। ਇੱਥੇ ਇਹਦੇ ਨਾਲ ਹੋਇਆ ਇਹਦਾ ਟ੍ਰਾਂਸਲੇਟ ਦੋਨਾਂ ਸ਼ਬਦਾਂ ਦਾ, ਪਿਆਰਾ ਧਾਰਾ। ਇਹਦੀ ਟ੍ਰਾਂਸਲੇਟ ਹੈ ਦੋਨੇ ਸ਼ਬਦਾਂ ਦਾ। देखो ये किहड़ी लाइन दे विच आया, गंगा जमुना सतलुज प्यारा बगदी निर्मल जल दी धारा। जो आप गावांगे कविता उस रूप के जो आ शब्द कामयाब होंगे ने इन्हां शब्दों के नाल जिहड़ी साडी कविता है वो सुंदर बनती है तो वधिया बनती है। जिवें आपां पहली जमात दे विच तुसीं दूजी जमात दे विच तुसीं बहुत सारे शब्द आपां लिखदे हुंदे सी, जिवें आपां कल्ले कन्ने वाले शब्द लिखदे हुंदे सी, तार मार सार। ये शब्द भी की है आपस में एक तरीके जुड़ते हैं एक दूसरे के दुकान से इन्हों मिलता है एक दूसरे के हुण तुसीं की काम कर रहे हैं। इस तरह के बहुत सारे शब्द इस कविता के जी साडा देश कविता पढ़ी है अपना, इस कविता के होर भी बहुत सारे शब्द आए हुए हैं जिन्होंने एक मैं तुहानूं होर दस देना। जिवें आया होया मेवे देवे, वो किहड़ियां लैणां सीगियां, गोदी इहदी मिठे मेवे सानूं देवे, गोदी इहदी मिठे मेवे सानूं देवे। ਹੁਣ ਇਹਨਾਂ ਦੋਨਾਂ ਦਾ ਜਿਹੜੇ ਇਸ ਕविता ਦੇ ਵਿੱਚ ਦੁਕਾਨ ਦਾ ਜਿਹੜਾ ਉਹ ਮਿਲਦਾ ਹੈ ਆਪਸ ਵਿੱਚ, ਦੋਨੇ ਸ਼ਬਦ ਹੈ ਜਿਹੜੇ ਜੁੜਦੇ ਆ ਆਪਸ ਵਿੱਚ। ਸੋ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਸ਼ਬਦ ਹੈ ਇਹ ਸਾਡੀ ਕविता ਦੇ ਵਿੱਚ, ਸਾਡਾ ਦੇਸ਼ ਕविता ਦੇ ਵਿੱਚ। ਤੁਸੀਂ ਕੀ ਕਰਨਾ ਹੈ, ਇਸੇ ਤਰ੍ਹਾਂ ਦੇ ਸਾਰੇ ਜਿਹੜੇ ਆਪਸ ਦੇ ਵਿੱਚ ਮਿਲਦੇ ਆ ਸ਼ਬਦ, ਜਿਨ੍ਹਾਂ ਦਾ ਦੁਕਾਨ ਆਪਸ ਦੇ ਵਿੱਚ ਮਿਲਦਾ ਹੈ, ਉਹ ਸ਼ਬਦ ਤੁਸੀਂ ਸਾਰੇ ਆਪਣੀ ਕਾਪੀ ਦੇ ਵਿੱਚ ਲਿਖਣੇ ਆ, ਤਾਂ ਕਿ ਕਾਪੀ ਦੇ ਵਿੱਚ ਆਪਾਂ ਜਦੋਂ ਲਿਖਾਂਗੇ ਫਿਰ ਅਭਿਆਸ ਦੇ ਵਿੱਚ ਅੱਗੇ ਜਾ ਕੇ ਉਹ ਆਪਾਂ ਨੂੰ ਜਦੋਂ ਆਪਾਂ ਸਤਰਾਂ ਪੂਰੀਆਂ ਕਰਾਂਗੇ, ਸਤਰਾਂ ਪੂਰੀਆਂ ਕਰਨ ਵੇਲੇ ਸਾਨੂੰ ਆਪਣੇ ਆਪ ਪਤਾ ਲੱਗੂਗਾ ਕਿ ਇਹ ਸ਼ਬਦ ਦਾ ਦੁਕਾਨ ਇਹ ਸ਼ਬਦ ਨਾਲ ਮਿਲਦਾ ਹੈ ਤੇ ਆਹ ਸ਼ਬਦ ਸਾਨੂੰ ਦਿੱਤਾ ਗਿਆ ਤਾਂ ਅਸੀਂ ਉਹਦਾ ਦੁਕਾਨ ਦਾ ਜਿਹੜਾ ਇਹ ਸ਼ਬਦ ਨਾਲ ਮਿਲ ਕੇ ਉਹ ਸਤਰਾਂ ਜਿਹੜੀਆਂ ਆਪਣੀ ਕविता ਦੇ ਵਿੱਚ ਪੂਰੀਆਂ ਕਰਾਂਗੇ। ਸੋ ਆਪਾਂ ਇਸ ਕविता ਨੂੰ ਇਸ ਤਰੀਕੇ ਦੇ ਨਾਲ ਅੱਗੇ ਹੁਣ ਇਹਦਾ ਅਭਿਆਸ ਹੈ ਜਿਹੜਾ ਪੂਰਾ ਕਰਾਂਗੇ। ਅੱਜ ਦਾ ਕੰਮ ਹੈ ਜਿਹੜਾ ਤੁਹਾਡਾ ਇਹ ਹੈ ਕਿ ਤੁਸੀਂ ਇਹ ਦੁਕਾਨ ਮੇਲ ਦੇ ਨਾਲ ਮਿਲਦੇ ਸ਼ਬਦ ਚੁਣਨੇ ਆ, ਉਹਨਾਂ ਸ਼ਬਦਾਂ ਨੂੰ ਆਪਣੀ ਕਾਪੀਆਂ ਤੇ ਲਿਖਣਾ ਹੈ, ਕਾਪੀਆਂ ਤੇ ਲਿਖ ਕੇ ਸੋਹਣੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ, ਮੈਂ ਤੁਹਾਡਾ ਕੰਮ ਚੈੱਕ ਕਰੂੰਗਾ ਕਿ ਤੁਸੀਂ ਕਿਹੜੇ ਸ਼ਬਦ ਸਹੀ ਤਰੀਕੇ ਦੇ ਨਾਲ ਲੱਭੇ ਹੈ, ਜਿਨ੍ਹਾਂ ਦਾ ਦੁਕਾਨ ਆਪਸ ਦੇ ਵਿੱਚ ਮਿਲਦਾ ਹੈ, ਤੇ ਕਿਹੜੇ ਹਜੇ ਤੁਹਾਨੂੰ ਹੋਰ ਲੱਭਣੇ ਆਉਣੇ ਚਾਹੀਦੇ ਸੀਗੇ। ਸੋ ਆਪਾਂ ਇਹ ਸਾਰੇ ਰਲ ਕੇ ਸਿੱਖਾਂਗੇ। ਉਮੀਦ ਹੈ ਕਿ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਕਰੋਗੇ ਤੇ ਇਹਦੀਆਂ ਫੋਟੋਆਂ ਦੀਆਂ ਵੀਡੀਓ ਬਣਾ ਕੇ ਮੈਨੂੰ ਭੇਜੋਗੇ। ਇਸ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਬੱਚਿਓ, ਹੁਣ ਤੱਕ ਤੁਸੀਂ 1 ਤੋਂ 20 ਤੱਕ ਸੰਖਿਆਵਾਂ ਪੜ੍ਹਨੀਆਂ ਤੇ ਲਿਖਣੀਆਂ ਸਿੱਖ ਚੁੱਕੇ ਹੋ। ਅੱਜ ਬੇਟਾ ਆਪਾਂ 1 ਤੋਂ 100 ਤੱਕ ਸੰਖਿਆਵਾਂ ਕਰੰਸੀ ਨੋਟ ਅਤੇ ਮਾਨ ਕਾਰਡ ਦੀ ਮਦਦ ਦੇ ਨਾਲ ਪੜ੍ਹਨੀਆਂ ਤੇ ਲਿਖਣੀਆਂ ਸਿੱਖਾਂਗੇ। ਇਹ ਬੇਟਾ ਕਰੰਸੀ ਨੋਟ ਤੁਸੀਂ ਘਰ ਬਣਾ ਸਕਦੇ ਹੋ ਤੇ ਇਹ ਹੈਗੇ ਨੇ 1-1 ਰੁਪਏ ਦੇ ਕਰੰਸੀ ਨੋਟ। ਮੈਂ ਬੇਟਾ ਇਹ ਕਿੰਨੇ 9 ਨੋਟ ਜਿਹੜੇ ਨੇ ਉਹ ਲੈਣੇ। ਇਹ ਕਿੰਨੇ ਨੇ 9 ਰੁਪਏ ਤੇ ਇਧਰੋਂ ਹੀ ਮੈਂ 10 ਦੇ 10 ਨੋਟ ਲੈ 9 ਨੋਟ ਲੈ ਨੇ ਤੇ ਇਹ ਕੀ ਬਣ ਗਏ 90 ਰੁਪਏ। ਹੁਣ ਇਹ 90 ਤੋਂ ਉੱਪਰ ਕਿੰਨੇ ਨੇ 9 ਰੁਪਏ। ਇਹਨਾਂ ਆਪਾਂ ਕਿਸ ਤਰ੍ਹਾਂ ਲਿਖਾਂਗੇ, ਇਸ ਤਰ੍ਹਾਂ 90 ਰੁਪਏ ਤੇ 9 ਰੁਪਏ। ਮਾਨ ਕਾਰਡ ਆਪਾਂ ਲੈਣੇ ਆ, ਇਹ ਆ ਗਿਆ 90 ਦਾ ਮਾਨ ਕਾਰਡ ਤੇ ਇਸ ਦੇ ਨਾਲ ਕਿਹੜਾ ਆ ਗਿਆ 9 ਦਾ ਮਾਨ ਕਾਰਡ। ਹੁਣ ਇਹਦਾ ਆਪਾਂ ਦੇਖਣਾ ਹੈ ਕਿ ਇਹਨੂੰ ਲਿਖਣਾ ਤੇ ਬੋਲਣਾ ਕਿਵੇਂ ਆ। 90 9 99 ਤੇ ਇਹ ਕਿੰਨੇ ਸ਼ਬਦਾਂ ਵਿੱਚ ਕਿਵੇਂ ਲਿਖਿਆ ਗਿਆ 99। ਜੇਕਰ ਆਪਾਂ ਸਾਰਣੀ ਵਿੱਚ ਇਹਨੂੰ ਦਰਸਾਈਏ ਤਾਂ ਕਿੱਦਾਂ ਆਵੇਗਾ। 1-1 ਰੁਪਏ ਦੇ ਕਿੰਨੇ ਨੋਟ ਨੇ 9 ਤੇ ਇਕਾਈਆਂ ਕਿੰਨੀਆਂ ਹੋ ਗਈਆਂ 9। 10 ਰੁਪਏ ਦੇ ਕਿੰਨੇ ਨੋਟ ਨੇ 9 ਤੇ ਦਹਾਈਆਂ ਕਿੰਨੀਆਂ ਹੋ ਗਈਆਂ 9। ਇਹ ਬਣ ਗਿਆ ਆਪਣਾ 99। ਠੀਕ ਹੈ ਬੇਟਾ। ਹੁਣ ਅੱਗੇ ਦੇਖੋ ਕਿ ਜੇਕਰ ਮੈਂ 9 ਰੁਪਏ ਦੇ ਵਿੱਚ 1 ਰੁਪਇਆ ਹੋਰ ਪਾ ਦੇਵਾਂ ਤਾਂ ਇਹ ਕਿੰਨੇ ਬਣ ਗਏ 10 ਰੁਪਏ। ਇਹ ਕਿੰਨੇ ਬਣ ਗਏ 10 ਰੁਪਏ ਬਣ ਗਏ। ਤੇ ਤੁਹਾਨੂੰ ਪਤਾ ਹੈ 1 ਰੁਪਏ ਦੇ 10 ਨੋਟਾਂ ਦਾ ਮੁੱਲ 10 ਰੁਪਏ ਦੇ 1 ਨੋਟ ਦੇ ਬਰਾਬਰ ਹੁੰਦਾ ਹੈ। ਤੇ ਕਿਉਂ ਨਾ ਆਪਾਂ ਇਹਨਾਂ ਨੂੰ ਬਦਲ ਲਈਏ, ਆ ਲੈ 10 ਰੁਪਏ ਲੈ ਲਿਆ। ਠੀਕ ਹੈ ਜੀ। ਇਹ ਕਿੰਨੇ ਹੋ ਗਏ 10 ਰੁਪਏ ਤੇ ਇਹ 10 ਰੁਪਏ ਸਾਨੂੰ ਪਤਾ ਹੈ ਕਿ ਇੱਧਰ ਆਉਣਗੇ। ਇਹ ਕਿੰਨੇ ਬਣ ਗਏ ਆਪਣੇ ਕੋਲ 10 ਰੁਪਏ ਦੇ 10 ਨੋਟ। ਆਪਣੇ ਕੋਲ ਕਿੰਨੇ ਸੀ 90, ਹੁਣ ਕਿੰਨੇ ਹੋ ਗਏ 100। ਤੇ 10 ਰੁਪਏ ਦੇ 10 ਨੋਟਾਂ ਦਾ ਮੁੱਲ ਕਿਹਦੇ ਬਰਾਬਰ ਹੁੰਦਾ ਹੈ 100 ਰੁਪਏ ਦੇ ਨੋਟ ਦੇ ਬਰਾਬਰ। ਤੇ ਜੇ ਹੁਣ ਆਪਾਂ ਇਹ ਵੀ ਇੱਧਰ ਰੱਖ ਦਈਏ ਤੇ ਇਹ ਆਪਣੇ ਕੋਲ ਕਿੰਨੇ ਰਹਿ ਗਏ 100 ਰੁਪਏ। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਠੀਕ ਹੈ ਤੇ ਬੋਲ ਸਕਦੇ ਹਾਂ। ਕਰੰਸੀ ਨੋਟ 100 ਰੁਪਏ ਦਾ ਸੀ ਤੇ ਕਿਸ ਤਰ੍ਹਾਂ ਇਹਨੂੰ ਲਿਖਿਆ ਇਸ ਤਰ੍ਹਾਂ ਤੇ ਸ਼ਬਦਾਂ ਵਿੱਚ ਇਸ ਤਰ੍ਹਾਂ। ਇਹਦਾ ਮਾਨ ਕਾਰਡ। ਹੁਣ ਆਪਾਂ ਇਹਨੂੰ ਇੱਧਰ ਸਾਰਣੀ ਵਿੱਚ ਲਿਖਾਂਗੇ। ਕਿੱਦਾਂ ਬੇਟਾ, ਇਕਾਈ ਕੋਈ ਨਹੀਂ ਆ
ਦਹਾਈ ਕੋਈ ਨਹੀਂ ਆ, ਨਾ ਇਕਾਈ ਤੇ ਨਾ ਹੀ ਦਹਾਈ। ਠੀਕ ਆ, ਤੇ ਇੱਕ ਪਤਾ ਤੁਹਾਨੂੰ ਸੈਂਕੜਾ ਆਪਾਂ ਕਹਿੰਦੇ ਆ ਇਹਨੂੰ, ਤੇ ਆਪਣੇ ਕੋਲ ਸੈਂਕੜਾ ਕਿੰਨਾ ਹੈ? ਇੱਕ। ਇਹ ਕੀ ਬਣ ਗਿਆ? 100। ਠੀਕ ਹੈ ਬੇਟਾ, ਇਹ ਕੀ ਹੋ ਗਿਆ? 100। ਹੁਣ ਬੇਟਾ ਆਪਾਂ ਦੇਖਿਆ ਸੀ ਕਿ ਇਹ ਕਿੰਨੀਆਂ ਸੀ? 10 ਇਕਾਈਆਂ ਕਾਹਦੇ ਬਰਾਬਰ ਸੀ? 1 ਦਹਾਈ ਦੇ। ਤੇ ਹੁਣ ਆਪਾਂ ਕੀ ਲਈਆਂ ਸੀ? 10 ਦਹਾਈਆਂ ਕਾਹਦੇ ਬਰਾਬਰ ਹੋ ਗਈਆਂ? 1 ਸੈਂਕੜੇ ਦੇ ਬਰਾਬਰ ਹੋ ਗਈਆਂ। ਤੇ ਇਹਨੂੰ ਆਪਾਂ ਜੇ ਹੋਰ ਥੋੜਾ ਵਿਸਥਾਰ ਨਾਲ ਦੇਖੀਏ ਤਾਂ ਕੀ ਆ? 1 ਸੈਂਕੜਾ ਕਾਹਦੇ ਬਰਾਬਰ ਹੋ ਗਿਆ? 10 ਦਹਾਈਆਂ ਦੇ। ਕਿੰਨੇ? 1 ਸੈਂਕੜਾ, ਉਹਦੇ ਵਿੱਚ ਕਿੰਨੀਆਂ ਨੇ? 10 ਦਹਾਈਆਂ। ਠੀਕ ਆ, ਤੇ 10 ਦਹਾਈਆਂ ਕਾਹਦੇ ਬਰਾਬਰ ਨੇ? 100 ਇਕਾਈਆਂ ਦੇ। ਕਲੀਅਰ ਬੇਟਾ? ਅੱਜ ਲਈ ਤੁਸੀਂ ਆ ਮੈਂ 2 ਵਸਤੂਆਂ ਲਈਆਂ ਨੇ, ਉਹਨਾਂ ਦੇ ਮੁੱਲ ਲਿਖੇ ਨੇ। ਇਹ ਸੈਨੀਟਾਈਜ਼ਰ ਹੈ, ਇਹਦਾ ਮੁੱਲ ਲਿਖਿਆ ਹੋਇਆ ਹੈ 48 ਰੁਪਏ। ਤੁਸੀਂ ਇਹਦੇ ਵਿੱਚ ਆਪਣੇ ਜਿਹੜੇ ਨੋਟ ਬਣਾਉਣੇ ਆ, ਉਹਨਾਂ ਦੇ ਵਿੱਚੋਂ ਇਕਾਈਆਂ ਤੇ ਦਹਾਈਆਂ ਵੇਖਣੀਆਂ, ਕਿੰਨੀਆਂ ਇਕਾਈਆਂ ਨੇ ਤੇ ਕਿੰਨੀਆਂ ਦਹਾਈਆਂ ਨੇ। ਠੀਕ ਹੈ, ਇਸੇ ਤਰ੍ਹਾਂ ਇਹ ਲੋਸ਼ਨ ਆ, ਇਹਦਾ ਮੁੱਲ ਲਿਖਿਆ 75 ਰੁਪਏ ਲਿਖਿਆ ਹੈ। ਤੁਸੀਂ ਉਹ ਵੇਖ ਕੇ ਕਿੰਨੀਆਂ ਇਕਾਈਆਂ ਤੇ ਕਿੰਨੀਆਂ ਦਹਾਈਆਂ ਨੇ ਉਹ ਲਿਖਣੀਆਂ ਨੇ। ਤੇ ਹੋਰ ਵੀ ਕੋਈ ਵਸਤੂ ਜਿਹੜੀ ਘਰ ਤੁਹਾਨੂੰ ਕੋਈ ਰੈਪਰ ਮਿਲਦਾ ਆ ਜਿਹਦੇ ਉੱਤੇ ਮੁੱਲ ਲਿਖਿਆ ਹੋਇਆ ਹੈ ਵਸਤੂ ਦਾ, ਉਹ ਤੁਸੀਂ ਉਹਦੇ ਵਿੱਚ ਲਿਖਣਾ ਹੈ ਕਿ ਕਿੰਨੀਆਂ ਇਕਾਈਆਂ ਤੇ ਕਿੰਨੀਆਂ ਦਹਾਈਆਂ ਨੇ। ਅੱਜ ਦੇ ਲਈ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ। Class 3 students, we were doing lesson 1, me and my family. And today we are going to paint a family tree. एक शीट लेनी है बेटा। ओके, आई विल यूज दीज पोस्टर कलर्स। मैं पोस्टर कलर यूज करूंगी ते तुसी ये वाले कलर्स भी यूज कर सकते हो। ओके, स्टार्टेड राइट नाउ। फर्स्ट ट्री ड्रॉ करना है। ओके, तुसी अपने बेटा फैमिली मेंबर्स की हेल्प भी ले सकते हो। इन्हों सी ओके, बनियन ट्री दी शेप देती है। ओके, ਹੁਣ ਸਭ ਤੋਂ ਪਹਿਲਾਂ ਜੇ ਅਸੀਂ ਬੇਟਾ ਪੋਸਟਰ ਕਲਰਸ ਕਰਨੇ ਨੇ ਤਾਂ ਅਸੀਂ ਇਸ ਦੇ ਵਿੱਚ ਵਾਟਰ ਸਪਰੈਡ ਕਰਾਂਗੇ। ਓਕੇ, ਯੂਜ਼ ਸਮ ਵਾਟਰ ਹੇਅਰ। ਓਕੇ, ਦੈਨ ਸਭ ਤੋਂ ਪਹਿਲਾਂ ਅਸੀਂ ਲਾਈਟ ਸ਼ੇਡ ਕਰਨਾ ਹੈ। ਯੈਸ, येलो शेड करना है। इस अपर साइड के ऊपर येलो शेड देना है। ओके, ਤੁਸੀਂ ਦੇਖਿਆ ਹੈ ਬੇਟਾ ਸਦਾ ਹੀ ਜਿਹੜਾ ਟਰੀ ਹੈ ਉਸਦੇ ਅਪਰ ਸਾਈਡ ਦੇ ਉੱਤੇ ਲਾਈਟ ਪੈ ਰਹੀ ਹੁੰਦੀ ਹੈ। ਸੋ we will put here yellow one. Okay, understand? ਤੇ ਸੂਰਜ ਦੀ ਇਹੀ ਵਾਲੀ ਜੋ ਰੋਸ਼ਨੀ ਹੈ ਉਹ ਇਸ ਸਾਈਡ ਤੇ ਵੀ ਪੈ ਰਹੀ ਹੈ, ਟਰੰਕ ਦੇ ਰਾਈਟ ਸਾਈਡ ਤੇ। ਓਕੇ, ਇੱਥੇ ਵੀ ਅਸੀਂ yellow ਦਵਾਂਗੇ। then we use light green. Okay, ਅਸੀਂ ਇਸ ਨੂੰ ਪਾਣੀ ਦੇ ਨਾਲ मिक्स कर देना है। ओके, पर थोड़ा येलो। यस, इत्थे भी लाइट ग्रीन कर लेना है। यस, एंड देन यूज डार्क ग्रीन। ओके, डाउन पे डार्क ग्रीन, क्योंकि ਇੱਥੇ ਬੇਟਾ ਪੱਤੇ ਬਹੁਤ ਜ਼ਿਆਦਾ ਹੁੰਦੇ ਹਨ, ਲੀਵਸ। ਸੋ ਇਹ ਵਾਲੀ ਜਗ੍ਹਾ ਸਾਨੂੰ ਡੈਪਥ ਵਿੱਚ ਦਿਖਦੀ ਹੈ, ਗਹਿਰਾਈ ਵਿੱਚ ਦਿਖਦੀ ਹੈ। ਸੋ ਅਸੀਂ ਇਸ ਨੂੰ ਡਾਰਕ ਕਰਨਾ ਹੈ। ਓਕੇ, ਅੰਡਰਸਟੈਂਡ? ਜੇ ਅਸੀਂ ਥੋੜੀ ਹੋਰ ਡੈਪਥ ਦੇਣਾ ਚਾਹੁੰਦੇ ਹਾਂ ਵੀ ਕੈਨ ਯੂਜ਼ ਲਿਟਲ ਬਲੂ। ਓਕੇ, ਬਲੂ ਵੀ ਥੋੜਾ ਜਿਹਾ ਅਸੀਂ ਯੂਜ਼ ਕਰ ਸਕਦੇ ਹਾਂ। ਅੰਡਰਸਟੈਂਡ? we will use brown color for branches. Okay, yes, and here also. Okay, this is almost ready. Yes. Okay, ਹੁਣ ਬੇਟਾ ਅਸੀਂ ਇਸ ਨੂੰ ਡਰਾਈ ਹੋਣ ਦੇ ਲਈ ਰੱਖ ਦੇਣਾ ਹੈ। ਹੁਣ ਬੇਟਾ ਜਿੰਨੇ ਵੀ ਸਾਡੇ ਫੈਮਿਲੀ ਮੈਂਬਰਸ ਨੇ ਉਨੀਆਂ ਅਸੀਂ ਲੀਵਸ ਰੈਡੀ ਕਰਾਂਗੇ। ਓਕੇ, ਪਹਿਲਾਂ ਪੇਪਰ ਨੂੰ ਫੋਲਡ ਕਰਨਾ ਹੈ। ਯੈਸ, ਫਿਰ ਸੈਕੰਡ ਸਾਈਡ ਤੋਂ ਫੋਲਡ ਕਰਨਾ ਹੈ। ਇਹ ਦੇਖੋ ਬੇਟਾ, ਜਦੋਂ ਵੀ ਅਸੀਂ ਪੇਪਰ ਨੂੰ ਫੋਲਡ ਕਰਦੇ ਹਾਂ ਤਾਂ ਅਸੀਂ ਕਾਰਨਰ ਨੂੰ ਕਾਰਨਰ ਦੇ ਨਾਲ ਮਿਲਾ ਦੇਣਾ ਹੈ। ਕਾਰਨਰ ਮਿਲਾ ਲਿਆ, ਸੈਕੰਡ ਸਾਈਡ ਤੋਂ ਜਦੋਂ ਅਸੀਂ ਪ੍ਰੈਸ ਕਰਾਂਗੇ ਤਾਂ ਇਹ ਆਟੋਮੈਟਿਕਲੀ ਬਿਲਕੁਲ ਸਿੱਧੀ ਜਾਏਗੀ ਲਾਈਨ। ਓਕੇ, ਇਸ ਤਰ੍ਹਾਂ ਨਾਲ ਅਸੀਂ ਪੇਪਰ ਨੂੰ ਫੋਲਡ ਕਰ ਲਿਆ ਬੇਟਾ। ਓਕੇ, ਹੁਣ ਜੇ ਤੁਹਾਨੂੰ ਬੇਟਾ ਲੀਵ ਨਹੀਂ ਪੇਂਟ ਕਰਨਾ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਨਾਲ ਲੀਵ ਰੱਖ ਸਕਦੇ ਹਾਂ ਉੱਪਰ ਇੱਕ। ਓਕੇ, ਲੀਵ ਰੱਖਿਆ ਤੇ ਇਸ ਸਾਈਡ ਤੋਂ ਇਸ ਨੂੰ ਡਰਾ ਕਰ ਲਿਆ। ਓਕੇ,
ਇਸ ਤਰ੍ਹਾਂ ਨਾਲ ਲੀਫ ਡਰਾ ਕਰ ਲਿਆ ਅਤੇ ਇਸ ਸਾਈਡ ਤੋਂ ਵੀ ਬੇਟਾ ਅਸੀਂ ਲੀਫ ਡਰਾ ਕਰ ਲੈਣਾ ਹੈ। ਇਹ ਵਾਲੀ ਸਾਈਡ ਤੋਂ ਨਹੀਂ ਕਰਨਾ, ਓਕੇ। ਜਿਹੜੀ ਵਾਲੀ ਸਾਈਡ ਓਪਨ ਹੈ ਓਪਨ ਵਾਲੀ ਸਾਈਡ ਤੋਂ ਨਹੀਂ ਕਰਨਾ। ਹੁਣ ਮੈਂ ਇਹਨੂੰ ਸਿਜ਼ਰਸ ਦੇ ਨਾਲ ਕੱਟ ਕਰ ਲੂੰਗੀ। ਇਸ ਸਾਈਡ ਤੋਂ ਜੁੜੇ ਰਹਿਣ ਦੇਣਾ ਹੈ। ਯੈਸ, ਇਸ ਤਰ੍ਹਾਂ ਦੇ ਨਾਲ ਆਪਣੇ ਕੋਲ ਬੇਟਾ 4 ਲੀਵਸ ਪੈਟਰਨ ਰੈਡੀ ਹੋ ਜਾਣੇ ਹੈ, ਓਕੇ। ਐਂਡ ਤੁਸੀਂ ਦੇਖੋ ਇੱਕ ਨੂੰ ਤੇ ਅਸੀਂ ਪੇਸਟ ਕਰਨਾ ਹੈ ਤੇ ਸਾਡੇ ਕੋਲ ਕਿੰਨੀਆਂ ਸਪੇਸਿਸ ਰੈਡੀ ਹੋ ਗਈਆਂ 1 2 3, ਓਕੇ। ਟੂ ਰਾਈਟ ਔਰ ਪੇਸਟ ਸਮਥਿੰਗ, ਕੁਝ ਵੀ ਅਸੀਂ ਰਾਈਟ ਵੀ ਕਰ ਸਕਦੇ ਹਾਂ ਤੇ ਪੇਸਟ ਵੀ ਕਰ ਸਕਦੇ ਹਾਂ, ਓਕੇ। ਨੈਕਸਟ ਇਸ ਤਰ੍ਹਾਂ ਬੇਟਾ ਅਸੀਂ ਲੀਵਸ ਇਸ ਤੇ ਪੇਸਟ ਕਰ ਦੇਣੇ ਨੇ, ਓਕੇ। ਐਂਡ ਇਹ ਤੁਹਾਨੂੰ ਮੈਂ ਸਾਰਿਆਂ ਨੂੰ ਪਹਿਲਾਂ ਹੀ ਦੱਸਿਆ ਹੈ ਕਿ ਫਾਦਰ ਦੀ ਸਪੈਲਿੰਗ ਕੀ ਨੇ, ਮਦਰ ਦੀ ਸਪੈਲਿੰਗਸ ਕੀ ਨੇ, ਪਹਿਲੀ ਵੀਡੀਓ 'ਚ ਅਸੀਂ ਕਰ ਚੁੱਕੇ ਹਾਂ, ਓਕੇ। ਸੋ ਯੂ ਹੈਵ ਟੂ ਮੈਂਸ਼ਨ ਹੇਅਰ, ਓਕੇ। ਇੱਥੇ ਹੀ ਮੈਂਸ਼ਨ ਕਰਨਾ ਹੈ ਕਿਉਂਕਿ ਸਾਡਾ ਮੇਨ ਟਾਰਗੇਟ ਕੀ ਹੈ ਕਿ ਅਸੀਂ ਸਪੈਲਿੰਗਸ ਯਾਦ ਕਰਨੇ ਨੇ, ਸਪੈਲਿੰਗਸ ਮੈਮੋਰਾਈਜ਼ ਕਰਨੇ ਨੇ, ਓਕੇ। ਤੇ ਇਸ ਜਗ੍ਹਾ ਤੇ ਅਸੀਂ ਏਜ ਲਿਖਣੀ ਹੈ, ਓਕੇ। FORTY 40, ਓਕੇ। ਤੇ ਇੱਥੇ ਆਪਣੇ ਫਾਦਰ ਦੀ ਪਿਕ ਪੇਸਟ ਕਰ ਲੈਣੀ ਹੈ, ਓਕੇ। ਹਾਊ ਈਜ਼ੀ ਇਟ ਵਾਸ, ਅੰਡਰਸਟੈਂਡ? ਗੁੱਡ। ਤੇ ਫਿਰ ਇਸ ਨੂੰ ਬੇਟਾ ਸੈਂਟਰ ਵਿੱਚੋਂ ਫੋਲਡ ਕਰ ਦੇਣਾ ਹੈ, ਓਕੇ। ਵੀ ਕੈਨਟ ਲਿਵ ਵਿਦਆਊਟ ਫੈਮਿਲੀ, ਫੈਮਿਲੀ ਇਜ਼ ਆਵਰ ਸਟਰੈਂਥ। ਪਰਿਵਾਰ ਜਿਸ ਨੂੰ ਕਿ ਬੱਚੇ ਦਾ ਪਹਿਲਾ ਸਕੂਲ ਵੀ ਮੰਨਿਆ ਜਾਂਦਾ ਹੈ ਤੇ ਬੱਚੇ ਪਰਿਵਾਰ ਵਿੱਚ ਰਹਿ ਕੇ ਹੀ ਸਭ ਤੋਂ ਪਹਿਲਾਂ ਬੋਲਣਾ ਚੱਲਣਾ ਸਿੱਖਦੇ ਹਨ। ਆਓ ਆਪਾਂ ਪਰਿਵਾਰ ਬਾਰੇ ਵਿਸਥਾਰ ਵਿੱਚ ਜਾਣੀਏ, ਜਿਸ ਵਿੱਚ ਇਕੱਲੇ ਰਹਿਣ ਦੀ ਥਾਂ ਇਕੱਠੇ ਰਿਹਾ ਜਾਂਦਾ ਹੈ। ਜਿਵੇਂ ਭਰਾ ਭੈਣ ਮਾਤਾ ਪਿਤਾ ਇੱਕ ਘਰ ਵਿੱਚ ਰਹਿੰਦੇ ਹਨ। ਬੱਚਿਓ ਤੁਸੀਂ ਵੀ ਆਪਣੇ ਘਰ ਵਿੱਚ ਕੁਝ ਜੀਆਂ ਨਾਲ ਰਹਿ ਰਹੇ ਹੋਵੋਗੇ ਜਿਨ੍ਹਾਂ ਨਾਲ ਤੁਹਾਡਾ ਖੂਨ ਦਾ ਸੰਬੰਧ ਵੀ ਹੈ, ਤਾਂ ਉਹ ਤੁਹਾਡਾ ਕੀ ਹੈ? ਪਰਿਵਾਰ ਹੈ। ਆਓ ਹੁਣ ਆਪਾਂ ਪਰਿਵਾਰ ਦੀ ਕਿਸਮਾਂ ਬਾਰੇ ਜਾਣੀਏ। ਪਰਿਵਾਰ ਦੀਆਂ 2 ਕਿਸਮਾਂ ਹਨ, ਛੋਟਾ ਪਰਿਵਾਰ ਤੇ ਵੱਡਾ ਪਰਿਵਾਰ। ਬੱਚਿਓ ਆਪਾਂ ਸਾਰੇ ਆਪਣੇ ਘਰਾਂ ਵਿੱਚ ਪਰਿਵਾਰ ਨਾਲ ਰਹਿ ਰਹੇ ਹਾਂ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਪਤਾ ਹੋਵੇ ਕਿ ਆਪਣਾ ਪਰਿਵਾਰ ਕਿਸ ਕਿਸਮ ਦਾ ਪਰਿਵਾਰ ਹੈ, ਕਿ ਉਹ ਛੋਟਾ ਪਰਿਵਾਰ ਹੈ ਜਾਂ ਉਹ ਵੱਡਾ ਪਰਿਵਾਰ ਹੈ। ਆਓ ਆਪਾਂ ਇਹਨਾਂ ਦੋਨਾਂ ਕਿਸਮਾਂ ਬਾਰੇ ਜਾਣੀਏ। ਛੋਟਾ ਪਰਿਵਾਰ ਅਜਿਹਾ ਪਰਿਵਾਰ ਜਿਸ ਵਿੱਚ ਮਾਤਾ ਪਿਤਾ ਤੇ ਬੱਚੇ ਹੁੰਦੇ ਹਨ, ਉਹ ਹੁੰਦਾ ਹੈ ਛੋਟਾ ਪਰਿਵਾਰ। ਜਿਵੇਂ ਤੁਸੀਂ ਪਾਠ ਵਿੱਚ ਕਿਰਨ ਦੇ ਪਰਿਵਾਰ ਬਾਰੇ ਪੜ੍ਹਿਆ ਹੀ ਹੋਵੇਗਾ। ਕਿਰਨ ਆਪਣੇ ਪਿਤਾ ਜੀ ਦੀ ਨੌਕਰੀ ਲੱਗਣ ਤੇ ਆਪਣੇ ਭਰਾ ਨਾਲ, ਮਾਤਾ ਨਾਲ ਅਤੇ ਪਿਤਾ ਜੀ ਨਾਲ ਸ਼ਹਿਰ ਵਿੱਚ ਅਲੱਗ ਰਹਿਣ ਲੱਗ ਜਾਂਦੇ ਹਨ। ਉਹ ਉਹਨਾਂ ਦਾ ਛੋਟਾ ਪਰਿਵਾਰ ਹੈ। ਜੇ ਬੱਚਿਓ ਜਿਹੜੇ ਘਰ ਵਿੱਚ ਜੀਆਂ ਦੀ ਗਿਣਤੀ ਘੱਟ ਹੁੰਦੀ ਹੈ ਉਹ ਹੁੰਦਾ ਹੈ ਛੋਟਾ ਪਰਿਵਾਰ। ਆਓ ਹੁਣ ਆਪਾਂ ਵੱਡੇ ਪਰਿਵਾਰ ਬਾਰੇ ਜਾਣੀਏ। ਵੱਡਾ ਪਰਿਵਾਰ ਅਜਿਹਾ ਪਰਿਵਾਰ ਜਿਸ ਵਿੱਚ ਦਾਦਾ ਦਾਦੀ, ਚਾਚਾ ਚਾਚੀ, ਮਾਤਾ ਪਿਤਾ, ਬੱਚੇ ਆਦਿ ਇਕੱਠੇ ਰਹਿੰਦੇ ਹਨ, ਉਹ ਹੁੰਦਾ ਹੈ ਵੱਡਾ ਪਰਿਵਾਰ। ਬੱਚਿਓ ਜਿਵੇਂ ਤੁਸੀਂ ਕੁਲਦੀਪ ਦੇ ਪਰਿਵਾਰ ਬਾਰੇ ਪਾਠ ਵਿੱਚ ਪੜ੍ਹਿਆ ਹੀ ਹੋਵੇਗਾ। ਕੁਲਦੀਪ ਆਪਣੇ ਚਾਚਾ ਜੀ, ਚਾਚੀ ਜੀ, ਦਾਦਾ ਜੀ, ਦਾਦੀ ਜੀ, ਮਾਤਾ ਪਿਤਾ ਤੇ ਚਾਚਾ ਜੀ ਦੀ ਬੇਟੀ ਦੇ ਨਾਲ ਘਰ ਵਿੱਚ ਰਹਿ ਰਹੇ ਹੁੰਦੇ ਹਨ। ਉਹਨਾਂ ਦੇ ਘਰ ਦੇ ਜੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਇਸ ਲਈ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਕਿਹੜਾ ਪਰਿਵਾਰ ਹੈ? ਵੱਡਾ ਪਰਿਵਾਰ ਹੈ। ਪਿਆਰੇ ਨੰਨੇ ਮੁੰਨੇ ਬੱਚਿਓ, ਹੁਣ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਛੋਟੇ ਪਰਿਵਾਰ ਅਤੇ ਵੱਡੇ ਪਰਿਵਾਰ ਦਾ ਅੰਤਰ ਪਤਾ ਲੱਗ ਗਿਆ ਹੋਵੇਗਾ ਤੇ ਤੁਹਾਡੇ ਪਰਿਵਾਰ ਦੀ ਕਿਸਮ ਬਾਰੇ ਵੀ ਤੁਸੀਂ ਜਾਣ ਗਏ ਹੋਵੋਗੇ। ਬੱਚਿਓ ਵੱਡੇ ਪਰਿਵਾਰ ਦੇ ਬਹੁਤ ਸਾਰੇ ਲਾਭ ਵੀ ਹੁੰਦੇ ਹਨ, ਜਿਸ ਵਿੱਚ ਘਰ ਦੇ ਵੱਡੇ ਬਜ਼ੁਰਗ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਹਨ। ਜਿਵੇਂ ਤੁਸੀਂ ਪਾਠ ਵਿੱਚ ਪੜ੍ਹਿਆ ਹੀ ਹੋਵੇਗਾ, ਜਦੋਂ ਕੁਲਦੀਪ ਖੇਡਣ ਤੋਂ ਬਾਅਦ ਸਿੱਧਾ ਰੋਟੀ ਖਾਣ ਲਈ ਆ ਬੈਠਦਾ ਹੈ ਤਾਂ ਉਸ ਦੀ ਦਾਦੀ ਜੀ ਉਸ ਨੂੰ ਰੋਟੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਨੂੰ ਸਮਝਾਉਂਦੇ ਹਨ ਕਿ ਉਹ ਪਹਿਲਾਂ ਆਪਣੇ ਹੱਥ ਧੋ ਕੇ ਆਵੇ, ਕਿਉਂਕਿ ਗੰਦੇ ਹੱਥਾਂ ਵਿੱਚ ਕੀਟਾਣੂ ਹੁੰਦੇ ਹਨ ਅਤੇ ਕੀਟਾਣੂ ਨਾਲ ਉਹ ਬਿਮਾਰ ਹੋ ਸਕਦਾ ਹੈ। ਤੁਹਾਨੂੰ ਵੀ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਬਜ਼ੁਰਗ, ਤੁਹਾਡੇ ਵੱਡੇ ਭੈਣ ਭਰਾ, ਤੁਹਾਡੇ ਮਾਤਾ ਪਿਤਾ ਚੰਗੀਆਂ ਆਦਤਾਂ ਬਾਰੇ ਸਮਝਾਉਂਦੇ ਹੋਣਗੇ। ਪਿਆਰੇ ਬੱਚਿਓ, ਜਮਾਤ ਚੌਥੀ ਦਾ ਪਾਠ ਪਹਿਲਾ ਸੁਰਜੀਤ ਸਿੰਘ ਮਰਜ਼ਾਰਾ ਜੀ ਦੀ ਲਿਖੀ ਹੋਈ ਕਵਿਤਾ ਪ੍ਰਾਰਥਨਾ ਕਿਵੇਂ ਲੱਗੀ ਤੁਹਾਨੂੰ? ਤੁਸੀਂ ਜ਼ਰੂਰ ਇਸ ਨੂੰ ਗਾ ਕੇ ਪੜ੍ਹਿਆ ਹੋਵੇਗਾ, ਕਿਉਂਕਿ ਇਸ ਕਵਿਤਾ ਨੂੰ ਗਾ ਕੇ ਪੜ੍ਹਨ ਦਾ ਆਨੰਦ ਕੁਝ ਵੱਖਰਾ ਹੀ ਆਉਂਦਾ ਹੈ। ਜਿਵੇਂ ਅਸੀਂ ਸ਼ੁਰੂ ਵਿੱਚ ਪੜ੍ਹਿਆ ਸੀ, ਯਾਦ ਹੈ ਨਾ ਤੁਹਾਨੂੰ? ਜਿਵੇਂ ਕਵਿਤਾ ਨੂੰ ਲਿਖਣ ਸਮੇਂ ਸ਼ਬਦਾਂ ਦੀ ਲੈਅ ਅਤੇ ਤਾਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਬੱਚਿਓ ਸਤਰਾਂ ਦੇ ਅਖੀਰ ਵਿੱਚ ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਇਸ ਵਿੱਚ ਗਾਇਨ ਰਸ ਵੀ ਪੈਦਾ ਕੀਤਾ ਜਾਂਦਾ ਹੈ। ਤਾਂ ਆਓ ਅੱਜ ਇਸ ਕਵਿਤਾ ਦੇ ਅਭਿਆਸ ਵਿੱਚੋਂ
ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦਾਂ ਦੀ ਚੋਣ ਕਰਕੇ ਇਸ ਨਾਲ ਮਿਲਦੇ ਜੁਲਦੇ ਕੁਝ ਹੋਰ ਸ਼ਬਦ ਲੱਭਣ ਦਾ ਅਭਿਆਸ ਕਰਦੇ ਹਾਂ। ਜਿਵੇਂ ਤੁਸੀਂ ਕਵਿਤਾ ਵਿੱਚ ਪੜਿਆ, ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਤਾਂ ਪਤਾ ਲੱਗਿਆ ਬੱਚਿਓ, ਸ਼ਬਦ ਦਾਨ, ਮਹਾਨ ਕਵਿਤਾ ਦੇ ਇਸ ਪਹਿਰੇ ਵਿੱਚ ਆਏ ਕਿਹੜੇ ਸ਼ਬਦ ਹਨ? ਜੀ ਹਾਂ, ਲੈ ਆਤਮਕ ਸ਼ਬਦ, ਭਾਵ ਇੱਕੋ ਜਿਹੀ ਲੈ ਵਾਲੇ ਸ਼ਬਦ। ਤਾਂ ਹੁਣ ਅਸੀਂ ਇਸ ਨਾਲ ਮਿਲਦੇ ਜੁਲਦੇ ਕੁਝ ਹੋਰ ਸ਼ਬਦ ਲੱਭਾਂਗੇ, ਜਿਵੇਂ ਦਾਨ, ਮਹਾਨ। ਇਸੇ ਤਰ੍ਹਾਂ ਮਕਾਨ, ਜਿੱਥੇ ਅਸੀਂ ਰਹਿੰਦੇ ਹਾਂ। ਹੋਰ ਸ਼ਬਦ ਜਹਾਨ, ਭਾਵ ਦੁਨੀਆ। ਵਰਦਾਨ, ਭਾਵ ਕੁਦਰਤ ਵੱਲੋਂ ਦਿੱਤੀ ਸ਼ਕਤੀ। ਗਿਆਨ, ਭਾਵ ਸਿੱਖਿਆ। ਇਸ ਕਵਿਤਾ ਵਿੱਚ ਆਈਆਂ ਅਗਲੀਆਂ ਸਤਰਾਂ ਵਿੱਚ ਵੀ ਦੇਖਦੇ ਹਾਂ ਕਿ ਤੁਕਾਂਤ ਵਾਲੇ ਹੋਰ ਕਿਹੜੇ ਸ਼ਬਦ ਆਏ ਹਨ। ਮਾਨਵਤਾ ਦੀ ਸੇਵਾ ਕਰੀਏ, ਸੇਵਾ ਜੋ ਨਿਸ਼ਕਾਮ, ਤੁਰਦੇ ਜਾਈਏ ਮੰਜ਼ਿਲ ਪਾਈਏ, ਹੋਏ ਆਰਾਮ ਹਰਾਮ। ਬੁੱਝੋ ਤਾਂ ਬੱਚਿਓ, ਇੱਕੋ ਜਿਹਾ ਤੁਕਾਂਤ ਕਿਹੜਾ ਹੈ ਭਲਾ? ਬਿਲਕੁਲ ਸਹੀ, ਨਿਸ਼ਕਾਮ, ਹਰਾਮ। ਤਾਂ ਹੁਣ ਤੁਸੀਂ ਇਹਨਾਂ ਤੋਂ ਬਿਨਾਂ ਸੋਚੋ ਕਿ ਇਸ ਨਾਲ ਮਿਲਦੇ ਹੋਰ ਕਿਹੜੇ-ਕਿਹੜੇ ਸ਼ਬਦ ਬਣ ਸਕਦੇ ਹਨ। ਆਮ, ਭਾਵ ਜਿਸ ਦੇ ਕੋਲ ਕੋਈ ਖਾਸ ਪਹਿਚਾਨ ਨਹੀਂ ਹੁੰਦੀ, ਉਸ ਨੂੰ ਆਮ ਕਹਿੰਦੇ ਹਨ। ਗੁਲਾਮ, ਭਾਵ ਜੋ ਕਿਸੇ ਦੇ ਅਧੀਨ ਹੋਵੇ। ਵਿਸ਼ਰਾਮ, ਭਾਵ ਆਰਾਮ ਕਰਨਾ ਜਾਂ ਕੁਝ ਦੇਰ ਲਈ ਰੁਕਣਾ। ਤਾਂ ਆ ਗਈ ਨਾ ਸਮਝ? ਅੱਗੇ ਚਲੀਏ। ਮੇਰ ਤੇਰ ਦੀਆਂ ਗੱਲਾਂ ਮੁੱਕਣ, ਹਉਮੈ ਰਹੇ ਨਾ ਕੋਈ, ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੋਈ। ਤਾਂ ਬੱਚਿਓ, ਕੋਈ, ਖੁਸ਼ਬੋਈ ਨਾਲ ਮਿਲਦੇ ਹੋਰ ਕਿਹੜੇ ਸ਼ਬਦ ਹੋ ਸਕਦੇ ਹਨ? ਦੇਖੀਏ ਫਿਰ। ਲੋਈ, ਸਰਦੀ ਤੋਂ ਬਚਣ ਲਈ ਜੋ ਕੱਪੜਾ ਅਸੀਂ ਉੱਪਰ ਲੈਂਦੇ ਹਾਂ ਉਸ ਨੂੰ ਲੋਈ ਕਹਿੰਦੇ ਹਨ। ਢੋਈ, ਭਾਵ ਟਿਕਾਣਾ। ਮੋਈ, ਭਾਵ ਮਰੀ ਹੋਈ। ਚਾਰਾਜੋਈ, ਭਾਵ ਕੋਸ਼ਿਸ਼। ਤਾਂ ਅਗਲੀਆਂ ਸਤਰਾਂ ਪੜ੍ਹਦੇ ਹਾਂ। ਜਦ ਵੀ ਆਵਾਜ਼ ਦੇ ਕੋਈ ਸਾਨੂੰ, ਕੰਮ ਉਸ ਦੇ ਆਈਏ, ਹਰ ਪਲ ਆਪਣਾ ਲੇਖੇ ਲਾਈਏ, ਕਦਰ ਸਮੇਂ ਦੀ ਪਾਈਏ। ਤਾਂ ਲੈ ਆਤਮਕ ਸ਼ਬਦ ਆਈਏ, ਪਾਈਏ ਨਾਲ ਮਿਲਦੇ ਸ਼ਬਦ ਸੋਚੋ ਹੋਰ ਕਿਹੜੇ-ਕਿਹੜੇ ਹੋ ਸਕਦੇ ਹਨ। ਜਾਈਏ, ਭਾਵ ਜਾਣਾ। ਲਗਾਈਏ, ਭਾਵ ਲਗਾਉਣਾ। ਹਟਾਈਏ, ਭਾਵ ਹਟਾਉਣਾ। ਅਤੇ ਇੱਕ ਹੋਰ ਸ਼ਬਦ ਸੋਚੋ ਕਿਹੜਾ ਹੋ ਸਕਦਾ ਹੈ? ਬਿਲਕੁਲ ਠੀਕ, ਗਾਈਏ, ਭਾਵ ਗਾਉਣਾ। ਤਾਂ ਪਿਆਰੇ ਬੱਚੋ, ਜਿਵੇਂ ਤੁਹਾਨੂੰ ਇਹ ਸ਼ਬਦ ਮੈਂ ਕਰਵਾਏ ਹਨ, ਇਸੇ ਤਰ੍ਹਾਂ ਤੁਸੀਂ ਇਸ ਕਵਿਤਾ ਵਿੱਚੋਂ ਕੁਝ ਹੋਰ ਸ਼ਬਦਾਂ ਦੀ ਚੋਣ ਕਰਕੇ ਉਹਨਾਂ ਨਾਲ ਮਿਲਦੇ ਜੁਲਦੇ ਸ਼ਬਦ ਲੱਭ ਕੇ ਆਪਣੀ ਕਾਪੀ ਵਿੱਚ ਸੁੰਦਰ ਲਿਖਾਈ ਵਿੱਚ ਲਿਖਣੇ ਹਨ ਅਤੇ ਯਾਦ ਕਰਨੇ ਹਨ। ਧੰਨਵਾਦ। ਹੈਲੋ ਬੱਚਿਓ, ਅੱਜ ਆਪਾਂ ਵੱਖ-ਵੱਖ ਵਸਤੂਆਂ ਦੇ ਮੁੱਲ ਪੜ੍ਹਨੇ ਸਿੱਖਾਂਗੇ। ਦੇਖੋ ਬੱਚਿਓ, ਮੇਰੇ ਕੋਲ ਇੱਥੇ ਇੱਕ ਪਾਊਡਰ ਦਾ ਡੱਬਾ ਹੈ। ਤੁਸੀਂ ਵੀ ਪਾਊਡਰ ਯੂਜ਼ ਕਰਦੇ ਹੋ ਨਾ? ਤਾਂ ਇਹਦੇ ਉੱਪਰ ਇਹਦੀ ਕੀਮਤ ਲਿਖੀ ਹੈ। ਸਾਰੇ ਬੱਚੇ ਦੇਖੋ ਕਿੰਨੀ ਕੀਮਤ ਹੈ। ਹਾਂ, 125 ਰੁਪਏ। ਕਿੰਨੀ ਕੀਮਤ ਹੈ? 125 ਰੁਪਏ। ਚਲੋ ਆਪਾਂ ਪਾਊਡਰ ਦੀ 125 ਰੁਪਏ ਕੀਮਤ ਰੱਖੀਏ। ਦੇਖੋ 100, 110, 120, 100 ਤੇ 20, 120, 121, 122, 123, 124, 125। ਕਿੰਨੇ ਰੁਪਏ ਹੋ ਗਏ? 125। 100 ਵਿੱਚੋਂ ਕਿੰਨੇ ਵੱਧ ਨੇ? 125। ਹਾਂ, 25 ਵੱਧ ਨੇ। ਠੀਕ ਹੈ, 100 ਤੋਂ 25 ਵੱਧ ਕਿੰਨੇ ਹੋ ਗਏ? 125। ਤੇ ਦੱਸੋ ਬੱਚਿਓ, ਹੁਣ ਇਹਦੇ ਵਿੱਚ 100 ਦੇ ਕਿੰਨੇ ਨੋਟ ਨੇ? ਹਾਂ, 1। ਤੇ 100 ਨੂੰ ਆਪਾਂ ਹੋਰ ਕੀ ਕਹਿੰਦੇ ਆ? ਸੈਂਕੜਾ। ਤੇ 10 ਨੂੰ ਆਪਾਂ ਕੀ ਕਹਿੰਦੇ ਆ? ਦਹਾਈ। ਕਿੰਨੀਆਂ ਦਹਾਈਆਂ? 2। ਤੇ 1 ਨੂੰ ਕੀ ਕਹਿੰਦੇ ਆ? ਇਕਾਈ। ਕਿੰਨੀਆਂ ਇਕਾਈਆਂ? 1, 2, 3, 4, 5। 5 ਇਕਾਈਆਂ। 1 ਸੈਂਕੜਾ, 2 ਦਹਾਈਆਂ, 5 ਇਕਾਈਆਂ। ਕਿੰਨੇ ਹੋ ਗਏ? 120, 5, 25। ਚਲੋ ਹੁਣ ਆਪਾਂ ਇਹਨੂੰ 125 ਨੂੰ ਅਲੱਗ-ਅਲੱਗ ਰੂਪਾਂ ਵਿੱਚ ਲਿਖਣਾ ਸਿੱਖਦੇ ਹਾਂ। ਆਪਾਂ ਕਿਵੇਂ ਰੱਖੇ ਸੀ ਨੋਟ? 100 ਜਮਾ 20 ਜਮਾ 5। ਕਿੰਨੇ ਬਣ ਗਏ ਬੱਚਿਓ? ਹਾਂ, 125।
ਠੀਕ ਹੈ, ਹੁਣ ਦੇਖੋ ਬੱਚਿਓ ਆਪਾਂ ਇਕਾਈਆਂ ਦਹਾਈਆਂ ਸੈਂਕੜੇ ਵੀ ਦੇਖਿਆ ਨਾ ਕਿੰਨੇ ਆ, ਤਾਂ ਕਿੰਨੇ ਸੈਂਕੜੇ 1, ਕਿੰਨੀਆਂ ਦਹਾਈਆਂ ਸੀ 2, ਕਿੰਨੀਆਂ ਇਕਾਈਆਂ 5, ਤਾਂ ਬਣ ਗਿਆ 125। ਚਲੋ ਇਹਨੂੰ 125 ਨੂੰ ਆਪਾਂ ਇਕਾਈ ਦਹਾਈ ਦੇ ਰੂਪ ਵਿੱਚ ਵਿਸਤ੍ਰਿਤ ਰੂਪ ਵਿੱਚ ਲਿਖਦੇ ਹਾਂ। ਠੀਕ ਹੈ, 1 ਸੈਂਕੜਾ, ਫਿਰ ਜਮਾ 2 ਦਹਾਈਆਂ, 2 ਦਹਾਈਆਂ ਨੇ ਨਾ ਬੱਚਿਓ, ਫਿਰ ਕਿੰਨੀਆਂ ਇਕਾਈਆਂ 5 ਇਕਾਈਆਂ, 1 ਸੈਂਕੜਾ 2 ਦਹਾਈਆਂ 5 ਇਕਾਈਆਂ 125। ਤੇ 125 ਨੂੰ ਜੇ ਆਪਾਂ ਸ਼ਬਦਾਂ 'ਚ ਲਿਖੀਏ ਫਿਰ ਕਿਵੇਂ ਲਿਖਾਂਗੇ, ਦੇਖੋ 100, ਜਿਵੇਂ ਆਪਾਂ ਬੋਲਦੇ ਆ ਨਾ ਉਵੇਂ ਆਪਾਂ ਸ਼ਬਦਿਕ ਰੂਪ 'ਚ ਲਿਖ ਦੇਣਾ ਹੈ 125। ਦੇਖੋ ਕਿੰਨਾ ਆਸਾਨ ਹੈ ਨਾ, ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਸੰਖਿਆ ਨੂੰ ਲਿਖਣਾ ਸਿੱਖ ਲਿਆ। ਇਵੇਂ ਹੀ ਬੱਚਿਓ ਤੁਸੀਂ ਸਭ ਨੇ ਘਰੋਂ 159, 172, 365 ਇਹਨਾਂ ਨੂੰ ਇਸੇ ਹੀ ਅਲੱਗ-ਅਲੱਗ ਰੂਪਾਂ ਵਿੱਚ ਲਿਖਣਾ ਹੈ। ਠੀਕ ਹੈ ਬੱਚਿਓ, stay home, stay safe, bye. Hello children, let's learn English. Today we are going to learn sight words, level 1. Sight words are most commonly used words in any text, and practice of reading sight words will help to improve the reading skills. Let's read sight words. Children, listen these sight words carefully and repeat after me. I, is, it, in, of, and, the, to, was, if, he, she, as, at, but, all, for, are, my, me, no, on, so, we, his, him, her, you, can, buy, do, get, did, they, them, into, like, must, look, has, have, had, more. Let's read again. I, is, it, in, of, and, the, to, was, if, he, she, as, at, but, all, for, are, my, me, no, on, so, we, him, his, her, you, can, buy, do, get, did, they, them,
into, like, must, look, has, have, had, more। ਸਤਿ ਸ਼੍ਰੀ ਅਕਾਲ ਬੱਚਿਓ। ਖੁਸ਼ੀ ਲਿਆਈ। ਇਸ ਵਿੱਚ ਅਸੀਂ ਦੀਪੂ ਦੇ ਪਰਿਵਾਰ ਬਾਰੇ ਪੜਾਂਗੇ। ਆਓ ਪੜ੍ਹੀਏ। ਦੀਪੂ ਦੇ ਘਰ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੇ ਜਨਮ ਲਿਆ। ਅੱਜ ਉਸ ਦਾ ਨਾਮਕਰਨ ਹੈ, ਜਿਸ ਕਰਕੇ ਉਸ ਦੀ ਭੂਆ ਅਤੇ ਹੋਰ ਰਿਸ਼ਤੇਦਾਰ ਆਏ ਹੋਏ ਹਨ। ਨਵ ਜਨਮੀ ਬੱਚੀ ਦਾ ਨਾਮ ਅਨੂ ਰੱਖਿਆ ਗਿਆ। ਜਿਵੇਂ ਕਿ ਬੱਚਿਓ ਤੁਹਾਡੇ ਸਭ ਦੇ ਜਨਮ ਸਮੇਂ ਤੁਹਾਡਾ ਨਾਮ ਰੱਖਿਆ ਗਿਆ ਸੀ। ਆਓ ਅੱਗੇ ਪੜ੍ਹਦੇ ਹਾਂ। ਦੀਪੂ ਨੇ ਜਦੋਂ ਘਰ ਵਿੱਚ ਭੂਆ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ। ਆਪਣੇ ਵਿਆਹ ਤੋਂ ਪਹਿਲਾਂ ਜਦੋਂ ਭੂਆ ਦੀਪੂ ਹੋਰਾਂ ਦੇ ਪਰਿਵਾਰ ਵਿੱਚ ਸੀ ਤਾਂ ਉਹ ਦੀਪੂ ਦੀ ਬਹੁਤ ਸੰਭਾਲ ਕਰਦੀ ਸੀ। ਇਸ ਲਈ ਦੀਪੂ ਦਾ ਆਪਣੀ ਭੂਆ ਨਾਲ ਬਹੁਤ ਪਿਆਰ ਸੀ। ਦੀਪੂ ਦੀ ਮੰਮੀ ਉਸ ਦੀ ਭੂਆ ਨੂੰ ਕਹਿਣ ਲੱਗੀ, ਭੈਣ ਜੀ, ਤੁਹਾਡੇ ਆਉਣ ਨਾਲ ਦੀਪੂ ਬਹੁਤ ਖੁਸ਼ ਹੋ ਗਿਆ ਹੈ। ਉਹ ਤੁਹਾਨੂੰ ਬਹੁਤ ਯਾਦ ਕਰਦਾ ਸੀ। ਬੱਚਿਓ, ਕੀ ਤੁਸੀਂ ਜਾਣਦੇ ਹੋ ਭੂਆ ਕੌਣ ਹੁੰਦੀ ਹੈ? ਬਿਲਕੁਲ ਸਹੀ, ਸਾਡੇ ਪਿਤਾ ਜੀ ਦੀ ਭੈਣ। ਬੱਚਿਓ, ਵਿਆਹ ਤੋਂ ਪਹਿਲਾਂ ਭੂਆ ਸਾਡੇ ਪਿਤਾ ਦੇ ਪਰਿਵਾਰ ਦਾ ਹੀ ਹਿੱਸਾ ਹੁੰਦੀ ਹੈ, ਪਰ ਵਿਆਹ ਤੋਂ ਬਾਅਦ ਉਹ ਕਿਸੇ ਦੂਜੇ ਪਰਿਵਾਰ ਦਾ ਹਿੱਸਾ ਬਣ ਜਾਂਦੀਆਂ ਹਨ। ਆਓ ਅੱਗੇ ਪੜ੍ਹੀਏ। ਭੂਆ, ਮੈਨੂੰ ਵੀ ਇੱਥੋਂ ਦੀ ਬਹੁਤ ਯਾਦ ਆਉਂਦੀ ਹੈ। ਇੱਥੇ ਆਪਣਾ ਬਹੁਤ ਵੱਡਾ ਪਰਿਵਾਰ ਹੈ। ਤੁਸੀਂ ਹੋ ਵੱਡੇ ਵੀਰ ਜੀ ਦਾ ਪਰਿਵਾਰ ਹੈ, ਮਾਤਾ ਜੀ ਹਨ, ਬੱਚੇ ਹਨ। ਇੱਥੇ ਸ਼ਹਿਰ ਵਿੱਚ ਤਾਂ ਪਹਿਲਾਂ ਮੈਂ ਅਤੇ ਦੀਪੂ ਦੇ ਫੁੱਫੜ ਜੀ ਦੋਨੋਂ ਹੀ ਸਾਂ। ਇਹਨਾਂ ਦੀ ਨੌਕਰੀ ਕਾਰਨ ਅਸੀਂ ਸਾਂਝੇ ਪਰਿਵਾਰ ਨਾਲ ਪਿੰਡ ਵਿੱਚ ਨਹੀਂ ਰਹਿ ਸਕਦੇ ਸੀ। ਫਿਰ ਤੁਹਾਨੂੰ ਪਤਾ ਹੀ ਹੈ, ਸਾਡੇ ਬੱਚਾ ਨਹੀਂ ਹੋਇਆ। ਹੁਣ ਜਦੋਂ ਦਾ ਅਸੀਂ ਸੋਨੂ ਨੂੰ ਗੋਦ ਲੈ ਲਿਆ ਹੈ, ਸਾਡੇ ਦਿਨ ਬੜੇ ਚੰਗੇ ਲੰਘ ਰਹੇ ਹਨ। ਇਸ ਦਾ ਅਰਥ ਹੋਇਆ ਦੀਪੂ ਸਾਂਝੇ ਪਰਿਵਾਰ ਵਿੱਚ ਰਹਿੰਦਾ ਸੀ ਅਤੇ ਉਸ ਦੀ ਭੂਆ ਜੀ ਛੋਟੇ ਪਰਿਵਾਰ ਵਿੱਚ ਰਹਿੰਦੇ ਸਨ। ਫੁੱਫੜ ਦੀ ਨੌਕਰੀ ਕਾਰਨ ਉਹ ਸ਼ਹਿਰ ਵਿੱਚ ਰਹਿੰਦੇ ਸਨ ਅਤੇ ਬੱਚਾ ਨਾ ਹੋਣ ਕਰਕੇ ਉਹਨਾਂ ਨੇ ਇੱਕ ਬੱਚਾ ਗੋਦ ਲੈ ਲਿਆ, ਜਿਸ ਕਾਰਨ ਹੁਣ ਉਹਨਾਂ ਦਾ ਜੀਵਨ ਬਹੁਤ ਖੁਸ਼ੀਆਂ ਭਰਿਆ ਹੈ। ਪੜ੍ਹਦੇ ਹਾਂ। ਮੰਮੀ, ਪਹਿਲਾਂ ਤਾਂ ਸਾਰੇ ਸਾਂਝੇ ਪਰਿਵਾਰ ਹੀ ਹੁੰਦੇ ਸਨ। ਸਾਂਝੇ ਪਰਿਵਾਰਾਂ ਦੇ ਬਹੁਤ ਲਾਭ ਸਨ। ਇਹਨਾਂ ਵਿੱਚ ਬੱਚੇ ਪਾਲਣੇ ਸੌਖੇ ਹੁੰਦੇ ਸਨ। ਸਿਆਣੇ ਬਜ਼ੁਰਗਾਂ ਦੀ ਨਿਗਰਾਨੀ ਵਿੱਚ ਬੱਚੇ ਸੁਰੱਖਿਅਤ ਰਹਿੰਦੇ ਸਨ ਅਤੇ ਸਿਆਣਿਆਂ ਦਾ ਰੋਹਬ ਵੀ ਹੁੰਦਾ ਸੀ, ਜਿਸ ਕਾਰਨ ਬੱਚੇ ਵਿਗੜਦੇ ਵੀ ਨਹੀਂ ਸਨ। ਉਹਨਾਂ ਨੂੰ ਸਮਾਜ ਵਿੱਚ ਵਿਚਰਨ ਦੀ ਜਾਚ ਆਉਂਦੀ ਸੀ, ਨਾਲੇ ਸਭ ਦਾ ਦਿਲ ਵੀ ਲੱਗਿਆ ਰਹਿੰਦਾ ਸੀ। ਸੋ ਬੱਚਿਓ, ਹੁਣ ਤੁਸੀਂ ਸਾਂਝੇ ਪਰਿਵਾਰਾਂ ਦੇ ਬਹੁਤ ਸਾਰੇ ਲਾਭ ਪੜ੍ਹੇ, ਜਿਸ ਤਰ੍ਹਾਂ ਕਿ ਬੱਚੇ ਸੁਰੱਖਿਅਤ ਰਹਿੰਦੇ ਹਨ, ਵਿਗੜਦੇ ਨਹੀਂ, ਸਭ ਦਾ ਦਿਲ ਲੱਗਿਆ ਰਹਿੰਦਾ ਹੈ, ਆਦਿ ਆਦਿ। ਆਓ ਬੱਚਿਓ ਅੱਗੇ ਖਾਲੀ ਸਥਾਨ ਕਰੀਏ। ਨੰਬਰ 1, ਇੱਥੇ ਆਪਣਾ ਬਹੁਤ ਵੱਡਾ ਡੈਸ਼ ਹੈ। ਨੰਬਰ 2, ਬਜ਼ੁਰਗਾਂ ਦੀ ਡੈਸ਼ ਵਿੱਚ ਬੱਚੇ ਵਿਗੜਦੇ ਨਹੀਂ। ਨੰਬਰ 1, ਇੱਥੇ ਆਪਣਾ ਬਹੁਤ ਵੱਡਾ ਡੈਸ਼ ਹੈ। ਬੁੱਝੋ ਇਸ ਦਾ ਸਹੀ ਜਵਾਬ। ਬਿਲਕੁਲ ਸਹੀ, ਪਰਿਵਾਰ। ਨੰਬਰ 2, ਬਜ਼ੁਰਗਾਂ ਦੀ ਡੈਸ਼ ਵਿੱਚ ਬੱਚੇ ਵਿਗੜਦੇ ਨਹੀਂ ਹਨ। ਬਿਲਕੁਲ ਸਹੀ, ਦੇਖਭਾਲ। ਘਰ ਦਾ ਕੰਮ। ਤੁਸੀਂ ਆਪਣੇ ਘਰ ਦੇ ਕਿਸੇ ਵੱਡੇ ਮੈਂਬਰ ਨੂੰ ਪੁੱਛਣਾ ਹੈ। ਨੰਬਰ 1, ਕੀ ਤੁਹਾਡੇ ਘਰ ਨੇੜੇ ਕਿਸੇ ਨਵੀਂ ਬੱਚੀ ਨੇ ਜਨਮ ਲਿਆ ਹੈ? ਨੰਬਰ 2, ਕੀ ਤੁਹਾਡੇ ਘਰ ਨੇੜੇ किसी ने बच्ची ਨੂੰ गोद लिया है? नमस्कार प्यारे विद्यार्थियों, आप सबका आज की हिंदी कक्षा में हार्दिक अभिनंदन है। आज हम पहले पढ़े पाठों की दोहराई के साथ साथ जीव जंतुओं के बारे में बात करेंगे। से स्टापू का खेल, रस्सी कूदना का खेल, बास्केटबॉल का खेल, झूला झूलना का खेल, गीटियों का खेल, टेनिस का खेल, हाथ में पवन चक्की घुमाकर खेलना इत्यादि। इस तरह हमने जाना कि खेलें हमारे शारीरिक एवं बौद्धिक विकास के लिए अत्यंत महत्वपूर्ण हैं। इसलिए हमें पढ़ने और लिखने के साथ साथ खेलों में भी बढ़ चढ़कर भाग लेना चाहिए। इसके साथ ही हमने ये भी जाना कि बच्चों को कौन कौन सी अच्छी आदतों को अपनाना चाहिए, जैसे कि सुबह जल्दी उठना चाहिए,
अच्छा बच्चों, सुबह उठकर हमें सबसे पहले क्या करना चाहिए? बिल्कुल सही, हमें सुबह उठकर अपने दांत दातुन या साबुन से साफ करने चाहिए और उसके पश्चात हमें अपने शरीर की सफाई हेतु नहाना चाहिए। अच्छा बच्चों, मुझे ये बताइए कि हमें खाना कैसा खाना चाहिए? बिल्कुल ठीक, हमें संतुलित भोजन खाना चाहिए। क्या आपको पता है संतुलित भोजन किसे कहते हैं? चलिए ध्यान से सुनिए। जिस भोजन में सभी आवश्यक तत्व जरूरी मात्रा में सम्मिलित होते हैं उसे संतुलित भोजन कहते हैं, जैसे कि प्रोटीन, कार्बोहाइड्रेट्स, मिनरल, विटामिन इत्यादि। अच्छा बच्चों, खाने के साथ साथ हमें दूध भी अवश्य पीना चाहिए, क्योंकि दूध एक संपूर्ण आहार है जिसमें हमें बहुत अधिक मात्रा में कैल्शियम प्राप्त होता है, जो हमारी हड्डियों के लिए बहुत ज्यादा अच्छा होता है। इसके साथ साथ हमें एक बात का अवश्य ध्यान रखना चाहिए कि खाना खाने से पूर्व और खाना खाने के बाद हमें अपने हाथ साबुन से अवश्य धोने चाहिए। ये भी एक बहुत अच्छी आदत है। और हमें अपने नाखून भी काट के रखने चाहिए। इसके साथ साथ प्यारे बच्चों, हमें अपने घर की साफ सफाई का भी ध्यान रखना चाहिए। ये भी एक बहुत अच्छी आदत है। इसके साथ साथ हमें घर में ये भी ध्यान रखना चाहिए कि जब भी हम टीवी देखते हैं तो इस बात को सुनिश्चित करें कि हम हमेशा टीवी से उचित दूरी पर ही बैठे हैं। ये भी एक बहुत अच्छी आदत है। इसके साथ साथ प्यारे बच्चों, हमें शिष्टाचार के नियमों का भी पालन करना चाहिए, जैसे कि सुबह हमें उठकर सबसे पहले अपने माता पिता और अपने बड़ों को प्रणाम करना चाहिए। और इसके साथ साथ हमारे घर में हमारे बड़े जब भी कोई भी काम कर रहे हो तो हमें उनकी सहायता करनी चाहिए। जैसे मान लीजिए आपके माताजी खाना बना रहे हैं तो आपका यह कर्तव्य बनता है कि आप अपने दादा दादी जी को भोजन और पानी दें, समय पर उनकी दवाई दें, उनके साथ समय बिताएं और उनकी देखभाल करें। इसके साथ साथ प्यारे बच्चों, आपके घर में आपके छोटे भाई बहन हैं तो आपका यह कर्तव्य भी बनता है कि आप उनके साथ उनकी प्यार से पेश आएं, उनकी देखभाल करें और पढ़ाई में उनकी मदद करें। ये भी बहुत अच्छी आदत है और आपको इस आदत को भी अपनाना चाहिए। इसके साथ साथ आपको इस बात का भी ध्यान रखना चाहिए कि जब भी आप किसी के कमरे में जाते हैं तो हमें हमेशा दरवाजा खटखटाकर ही भीतर प्रवेश करना चाहिए। ये भी एक बहुत अच्छी आदत है। इसके साथ साथ प्यारे बच्चों, हमें ज्यादा समय टीवी ना देखकर अपने बड़ों के पास बैठकर उनसे रोचक, ज्ञानवर्धक एवं शिक्षाप्रद कहानियां सुनने की आदत डालनी चाहिए, क्योंकि कहानियों से हमें जिंदगी की सीख मिलती है। इसके साथ साथ प्यारे बच्चों, इस तस्वीर पर ध्यान दीजिए। ये देखिए, जब भी हम किसी से कोई भी चीज लेते हैं तो हमें धन्यवाद अवश्य कहना चाहिए। यह भी एक बहुत अच्छी आदत है और हमें हमेशा दूसरों की मदद करनी चाहिए। स्कूल में भी हमें अपने गुरुओं का आदर करना चाहिए और अपने सहपाठियों के साथ सहयोग करना चाहिए। ये सभी बहुत अच्छी आदतें हैं और आपको इन सभी आदतों को अपनी जिंदगी में अपनाना चाहिए। इस तरह प्यारे बच्चों, हमने सीखा कि हमें अपने जीवन में इन अच्छी आदतों को अपनाना चाहिए। तो प्यारे बच्चों, आज करवाए गए कार्य को आप सबने याद करना है। ਅੱਜ ਸਾਡ ਪੁਸਤਕ ਸਵਾਗਤ ਹੈ ਜ਼ਿੰਦਗੀ ਦਾ ਪਹਿਲਾ ਪਾਠ ਸਿਹਤ ਅਤੇ ਸਵੱਛਤਾ ਬਾਰੇ ਚਰਚਾ ਕਰਾਂਗੇ। ਸਵੱਛਤਾ ਕੀ ਹੈ? ਹਾਂਜੀ, ਬਿਲਕੁਲ ਠੀਕ। ਸਵੱਛਤਾ ਦਾ ਭਾਵ ਹੈ ਸਫਾਈ ਅਤੇ ਰੋਗ ਰਹਿਤ ਹੋਣ ਦੀ ਸਥਿਤੀ। ਸਵੱਛਤਾ ਇੱਕ ਸੁਰੱਖਿਆ ਚੱਕਰ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਵਿੱਚ ਤੁਹਾਡੀ ਆਪਣੀ, ਤੁਹਾਡੇ ਘਰ, ਗਲੀ ਗੁਆਂਢ, ਪਿੰਡ, ਰਾਜ, ਪਾਲਤੂ ਜਾਨਵਰਾਂ, ਨਦੀਆਂ ਅਤੇ ਟੋਬਿਆਂ ਦੀ ਸਵੱਛਤਾ ਸ਼ਾਮਿਲ ਹੈ। ਸਵੱਛਤਾ ਮਨ ਨੂੰ ਖੁਸ਼ੀ ਦਿੰਦੀ ਹੈ। ਇਹ ਸਾਨੂੰ ਰੋਗ ਰਹਿਤ ਬਣਾਉਂਦੀ ਹੈ ਅਤੇ ਸਵੱਛਤਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਬੌਧਿਕ ਤੰਦਰੁਸਤੀ ਦਿੰਦੀ ਹੈ। ਆਓ ਹੁਣ ਜਾਣੀਏ ਸਵੱਛਤਾ ਕਿਵੇਂ ਰੱਖੀ ਜਾ ਸਕਦੀ ਹੈ। ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ, ਰੋਜ਼ ਨਹਾਓ, ਦੰਦਾਂ ਨੂੰ ਸਾਫ਼ ਰੱਖੋ ਅਤੇ ਸਾਫ਼ ਸੁਥਰੇ ਕੱਪੜੇ ਪਾਓ। ਪਿਆਰੇ ਬੱਚਿਓ, ਸਵੱਛਤਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਲਈ ਆਓ ਮਿਲ ਕੇ ਸਵੱਛਤਾ ਲਈ ਸੰਕਲਪ ਲਈਏ। ਸਵੱਛਤਾ ਨੂੰ ਆਪਣੇ ਆਪ ਤੋਂ ਸ਼ੁਰੂ ਕਰੋ। ਆਪਣੇ ਘਰ ਅਤੇ ਆਲੇ ਦੁਆਲੇ ਦੀ ਸਫਾਈ ਰੱਖੋ। ਗਲੀਆਂ, ਨਾਲੀਆਂ ਅਤੇ ਸੜਕਾਂ ਨੂੰ ਸਾਫ਼ ਰੱਖੋ। ਕੂੜਾ ਹਮੇਸ਼ਾ ਕੂੜੇਦਾਨ ਵਿੱਚ ਹੀ ਸੁੱਟੋ।
ਬੱਚਿਓ, ਤੁਸੀਂ ਸਭ ਨੇ ਕਈ ਥਾਵਾਂ ਤੇ ਦੋ ਰੰਗਾਂ ਦੇ ਕੂੜੇਦਾਨ ਜ਼ਰੂਰ ਵੇਖੇ ਹੋਣਗੇ। ਕੀ ਤੁਸੀਂ ਸੋਚਿਆ ਇੰਜ ਕਿਉਂ ਹੁੰਦਾ ਹੈ? ਕੂੜਾ ਦੋ ਤਰ੍ਹਾਂ ਦਾ ਹੁੰਦਾ ਹੈ, ਗਲਣਯੋਗ ਅਤੇ ਨਾ ਗਲਣਯੋਗ। ਗਲਣਯੋਗ ਕੂੜਾ ਜਿਵੇਂ ਕਾਗਜ਼, ਫਲਾਂ ਅਤੇ ਸਬਜ਼ੀਆਂ ਦੇ ਛਿੱਲੜ ਅਤੇ ਪੱਤੇ ਆਦਿ, ਇਸ ਨੂੰ ਹਰੇ ਕੂੜੇਦਾਨ ਵਿੱਚ ਸੁੱਟੋ ਅਤੇ ਇਸ ਦੀ ਖਾਦ ਵੀ ਤਿਆਰ ਕੀਤੀ ਜਾ ਸਕਦੀ ਹੈ। ਨਾ ਗਲਣਯੋਗ ਕੂੜਾ ਜਿਵੇਂ ਪਲਾਸਟਿਕ, ਕੱਚ, ਟੀਨ ਅਤੇ ਪੋਲੀਥੀਨ ਦੀਆਂ ਥੈਲੀਆਂ, ਇਸ ਨੂੰ ਨੀਲੇ ਕੂੜੇਦਾਨ ਵਿੱਚ ਸੁੱਟੋ ਅਤੇ ਇਹਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਜਿਵੇਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੌਦੇ ਉਗਾਏ ਜਾ ਸਕਦੇ ਹੈ। ਅਤੇ ਸਭ ਤੋਂ ਜ਼ਰੂਰੀ, ਵੱਧ ਤੋਂ ਵੱਧ ਰੁੱਖ ਲਗਾਓ। ਰੁੱਖ ਲਗਾਓ, ਵਾਤਾਵਰਣ ਬਚਾਓ। ਸਫਾਈ ਰੱਖੋਗੇ ਤਾਂ ਸਫਾਈ ਕਰਨੀ ਨਹੀਂ ਪਵੇਗੀ। ਤੁਹਾਡਾ ਅੱਜ ਦਾ ਘਰ ਦਾ ਕੰਮ ਹੈ ਕਿ ਤੁਹਾਡੇ ਘਰ ਅਤੇ ਆਲੇ ਦੁਆਲੇ ਕਿਹੜੇ ਸਥਾਨ ਸਵੱਛ ਹਨ ਅਤੇ ਕਿਹੜੇ ਨਹੀਂ। ਉਹਨਾਂ ਦੇ ਕਾਰਨਾਂ ਦਾ ਪਤਾ ਲਗਾ ਕੇ ਸੁਧਾਰ ਦੇ ਤਰੀਕੇ ਲਿਖਣੇ ਹਨ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਮੇਰਾ ਨਾਮ ਰਮਨਦੀਪ ਕੌਰ ਹੈ ਤੇ ਤੁਹਾਡਾ ਕੀ ਨਾਮ ਹੈ? ਹਾਂਜੀ, ਤੇ ਤੁਹਾਡੇ ਦੋਸਤਾਂ ਦਾ ਕੀ ਨਾਮ ਹੈ? ਹਾਂਜੀ ਬੱਚਿਓ, ਇਸ ਤਰ੍ਹਾਂ ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਨਾਂ ਜ਼ਰੂਰ ਹੁੰਦਾ ਹੈ। ਜਦੋਂ ਸਾਡੇ ਘਰ ਛੋਟਾ ਬੱਚਾ ਜਨਮ ਲੈਂਦਾ ਹੈ ਤੇ ਅਸੀਂ ਉਸ ਦਾ ਕੋਈ ਨਾ ਕੋਈ ਨਾਂ ਰੱਖਦੇ ਹਾਂ। ਬੱਚਿਓ, ਇਸ ਤੋਂ ਇਲਾਵਾ ਹਰ ਇੱਕ ਵਸਤੂ ਦਾ ਵੀ ਕੋਈ ਨਾ ਕੋਈ ਨਾਮ ਹੁੰਦਾ ਹੈ। ਜਿਵੇਂ ਹੁਣ ਤੁਸੀਂ ਕੀ ਦੇਖ ਰਹੇ ਹੋ? ਟੀਵੀ ਇੱਕ ਵਸਤੂ ਦਾ ਨਾਮ ਹੈ। ਇਸ ਤੋਂ ਇਲਾਵਾ ਕਿਤਾਬ, ਪੈਨਸਲ, ਪੈਨ, ਕੁਰਸੀ, ਮੇਜ਼, ਪੱਖਾ ਆਦਿ ਬਹੁਤ ਸਾਰੇ ਵਸਤੂਆਂ ਦੇ ਨਾਮ ਹਨ। ਤੇ ਬੱਚਿਓ, ਇਸ ਤੋਂ ਇਲਾਵਾ ਜਗ੍ਹਾ ਜਾਂ ਸਥਾਨ ਦਾ ਵੀ ਕੋਈ ਨਾ ਕੋਈ ਨਾਮ ਹੁੰਦਾ ਹੈ। ਜਿਵੇਂ ਮੈਂ ਕਪੂਰਥਲੇ ਰਹਿੰਦੀ ਹਾਂ ਤੇ ਬੱਚਿਓ, ਤੁਸੀਂ ਕਿੱਥੇ ਰਹਿੰਦੇ ਹੋ? ਹਾਂਜੀ, ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਦੱਸਦੇ ਹੋ। ਇਹ ਵੀ ਇੱਕ ਨਾਮ ਹੈ। ਇਸ ਤੋਂ ਇਲਾਵਾ ਸਕੂਲ, ਮੰਦਿਰ, ਗੁਰਦੁਆਰਾ, ਲਾਹੌਰ, ਅੰਮ੍ਰਿਤਸਰ ਆਦਿ ਬਹੁਤ ਸਾਰੇ ਸਥਾਨਾਂ ਦੇ ਨਾਮ ਹਨ। ਬੱਚਿਓ, ਤੁਸੀਂ ਆਪਣਾ ਪਾਠ ਨੰਬਰ 1 ਪੜ੍ਹ ਲਿਆ ਹੈ। ਇਸ ਦਾ ਨਾਮ ਹੈ ਮੇਰਾ ਹਿੰਦੁਸਤਾਨ। ਤੇ ਹਿੰਦੁਸਤਾਨ ਕੀ ਹੈ? ਸਾਡੇ ਦੇਸ਼ ਦਾ ਨਾਮ ਹੈ। ਇਸ ਤਰ੍ਹਾਂ ਬੱਚਿਓ, ਇਹਨਾਂ ਸਾਰੇ ਨਾਵਾਂ ਨੂੰ ਨਾਵ ਕਿਹਾ ਜਾਂਦਾ ਹੈ। ਮੇਰਾ ਹਿੰਦੁਸਤਾਨ ਬਹੁਤ ਹੀ ਪਿਆਰੀ ਕਵਿਤਾ ਹੈ। ਇਸ ਕਵਿਤਾ ਵਿੱਚ ਬਹੁਤ ਸਾਰੇ ਨਾਵ ਆਏ ਹਨ। ਤੇ ਬੱਚਿਓ, ਕਿਉਂ ਨਾ ਅੱਜ ਆਪਾਂ ਇਹਦੇ ਵਿੱਚੋਂ ਨਾਵ ਸ਼ਬਦ ਚੁਣੀਏ? ਤੇ ਚਲੋ ਫਿਰ। ਬੱਚਿਓ, ਕਵਿਤਾ ਦਾ ਪਹਿਲਾ ਪੈਰਾ ਹੈ, ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ, ਸਭ ਦੇਸਾਂ ਪਰਦੇਸਾਂ ਦੇ ਵਿੱਚ ਉੱਚੀ ਇਸ ਦੀ ਸ਼ਾਨ, ਉੱਚੇ ਪਰਬਤ ਬਰਫਾਂ ਲੱਦੇ ਖੜੇ ਜਿਉਂ ਬੰਨ ਕੇ ਢਾਣੀ, ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ। ਤੇ ਬੱਚਿਓ, ਹੁਣ ਤੁਸੀਂ ਦੱਸ ਸਕਦੇ ਹੋ ਇਸ ਪਹਿਰੇ ਦੇ ਵਿੱਚ ਕਿਹੜੇ ਕਿਹੜੇ ਨਾਂਵ ਆਏ ਹਨ? ਹਾਂਜੀ ਬੱਚਿਓ, ਸਭ ਤੋਂ ਪਹਿਲਾ ਨਾਂਵ ਸ਼ਬਦ ਆਇਆ ਹੈ ਹਿੰਦੁਸਤਾਨ। ਦੂਸਰਾ ਦੇਸਾਂ। ਤੀਸਰਾ ਨਾਂਵ ਸ਼ਬਦ ਹੈ ਪਰਦੇਸਾਂ। ਚੌਥਾ ਪਰਬਤ। ਪੰਜਵਾਂ ਬਰਫਾਂ। ਛੇਵਾਂ ਢਾਣੀ। ਸੱਤਵਾਂ ਚਸ਼ਮਿਆਂ। ਅੱਠਵਾਂ ਚਾਂਦੀ। ਨੌਵਾਂ ਸ਼ਬਦ ਬੱਚਿਓ ਪਾਣੀ। ਤੇ ਬੱਚਿਓ, ਹੁਣ ਅਗਲਾ ਪੈਰਾ ਪੜ੍ਹਦੇ ਹਾਂ। ਇਸ ਦੀਆਂ ਨਦੀਆਂ, ਇਸ ਦੇ ਜੰਗਲ, ਹਰੇ ਭਰੇ ਮੈਦਾਨ, ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ, ਇਸ ਦੀ ਮਿੱਟੀ ਵਿੱਚ ਉਗਦੇ ਨੇ ਮੋਤੀਆਂ ਵਰਗੇ ਦਾਣੇ, ਇਹ ਮਿੱਟੀ ਤਾਂ ਮਾਂ ਹੁੰਦੀ ਹੈ ਆਖਣ ਲੋਕ ਸਿਆਣੇ। ਪਿਆਰੇ ਬੱਚਿਓ, ਇਸ ਪੈਰੇ ਵਿੱਚ ਹੋਰ ਨਾਂਵ ਸ਼ਬਦ ਆਏ ਹਨ। ਜਿਵੇਂ ਇੱਕ ਨਾਂਵ ਸ਼ਬਦ ਹੈ ਨਦੀਆਂ, ਦੂਸਰਾ ਜੰਗਲ, ਤੀਸਰਾ ਮੈਦਾਨ, ਚੌਥਾ ਮਿੱਟੀ, ਪੰਜਵਾਂ ਮੋਤੀਆਂ, ਛੇਵਾਂ ਦਾਣੇ, ਸੱਤਵਾਂ ਮਾਂ ਤੇ ਅੱਠਵਾਂ ਲੋਕ। ਤੇ
ਬੱਚਿਓ ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਤੁਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 4 ਦੇ ਉੱਪਰ ਭਾਗ ਸੱਸਾਂ ਦੇ ਵਿੱਚ ਕਵਿਤਾ ਦੇ ਵਿੱਚੋਂ ਨਾਂਵ ਸ਼ਬਦ ਚੁਣ ਕੇ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਬੱਚਿਓ ਘਰ ਰਹੋ, ਸੁਰੱਖਿਅਤ ਰਹੋ ਅਤੇ ਪੜ੍ਹਦੇ ਰਹੋ। ਧੰਨਵਾਦ ਪਿਆਰੇ ਬੱਚਿਓ। ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਸੰਖਿਆਵਾਂ ਬਾਰੇ ਪੜ੍ਹਨਾ ਅਤੇ ਲਿਖਣਾ ਅੰਕਾਂ ਅਤੇ ਸ਼ਬਦਾਂ ਵਿੱਚ ਸਿੱਖ ਚੁੱਕੇ ਹੋ। ਅੱਜ ਬੇਟਾ ਆਪਾਂ ਸੰਖਿਆਵਾਂ ਦੀਆਂ ਅਗੇਤਰ, ਪਿਛੇਤਰ ਜਾਂ ਦੋ ਸੰਖਿਆ ਵਿਚਕਾਰਲੀ ਸੰਖਿਆ ਬਾਰੇ ਚਰਚਾ ਕਰਾਂਗੇ। ਇਹ ਦੇਖੋ ਬੇਟਾ, ਮੇਰੇ ਕੋਲ ਗਣਿਤ ਦੀ ਕਿਤਾਬ ਹੈ, ਇਹਦੇ ਪੰਨੇ ਅੱਜ ਆਪਾਂ ਪੜ੍ਹਦੇ ਹਾਂ। ਇਹ ਦੇਖੋ ਪੰਨਾ ਨੰਬਰ 126, ਪੰਨਾ ਨੰਬਰ 127, 128, 129। ਹੁਣ 129 ਪੰਨੇ ਨੰਬਰ ਤੋਂ ਪਹਿਲਾਂ ਕਿਹੜਾ ਨੰਬਰ ਆ? 128, ਉਸ ਤੋਂ ਪਹਿਲਾਂ 127 ਤੇ ਉਸ ਤੋਂ ਪਹਿਲਾਂ 126। 126 ਤੇ 128 ਦੇ ਵਿਚਕਾਰ ਪੰਨਾ ਨੰਬਰ 127। ਹੁਣ ਆ ਬੇਟਾ ਕੁਝ ਬੱਚਿਆਂ ਦੇ ਘਰ ਨੇ ਗਲੀ ਵਿੱਚ, ਪਰਨੀਤ, ਰਸਲੀਨ, ਤਰਲੀਨ, ਅਵਨੀਤ ਤੇ ਮੰਨਤ। ਇਹਨਾਂ ਦੇ ਘਰ ਵੇਖੋ, ਪਰਨੀਤ ਦੇ ਅਗਲਾ ਘਰ ਕਿਹੜਾ ਹੈ? ਰਸਲੀਨ ਦਾ। ਰਸਲੀਨ ਤੋਂ ਅੱਗੇ ਤਰਲੀਨ, ਤਰਲੀਨ ਤੋਂ ਅੱਗੇ ਅਵਨੀਤ ਦਾ ਘਰ ਤੇ ਅਵਨੀਤ ਤੋਂ ਅਗਲਾ ਘਰ ਕਿਹੜਾ ਹੈ? ਮੰਨਤ ਦਾ। ਤੇ ਮੰਨਤ ਤੋਂ ਪਿਛਲਾ ਘਰ ਕਿਹਦਾ ਹੈ ਬੇਟਾ? ਅਵਨੀਤ ਦਾ। ਅਵਨੀਤ ਤੋਂ ਪਿਛਲਾ ਤਰਲੀਨ, ਤਰਲੀਨ ਤੋਂ ਪਿਛਲਾ ਰਸਲੀਨ ਤੇ ਰਸਲੀਨ ਤੋਂ ਪਿਛਲਾ ਪਰਨੀਤ ਦਾ। ਹੁਣ ਰਸਲੀਨ ਦਾ ਘਰ ਵੇਖੋ ਬੇਟਾ, ਪਰਨੀਤ ਅਤੇ ਤਰਲੀਨ ਦੇ ਵਿਚਕਾਰ ਆਉਂਦਾ ਹੈ। ਇਹਨਾਂ ਦੇ ਘਰਾਂ ਦੇ ਨੰਬਰ ਵੀ ਨੇ, ਉਹ ਇਸ ਸੰਖਿਆ ਪੱਟੀ ਤੋਂ ਆਪਾਂ ਦੇਖਦੇ ਹਾਂ। ਹੁਣ ਦੇਖੋ ਆਪਾਂ ਅਗਲਾ ਨੰਬਰ ਦੇਖਣਾ ਕਿ ਕਿਹਦੇ ਕਰਦਾ ਹੈ। 4592, ਉਸ ਤੋਂ ਅੱਗੇ 4593, 4594, ਉਸ ਤੋਂ ਅੱਗੇ 4595 ਤੇ 4596। ਇਹ ਜਦੋਂ ਬੇਟਾ ਅਗਲਾ ਨੰਬਰ ਜਾਂਦਾ ਹੈ ਤੇ ਇਹਨੂੰ ਆਪਾਂ ਬੋਲਦੇ ਹਾਂ ਅਗੇਤਰ ਸੰਖਿਆ। ਕਿਹੜੀ ਸੰਖਿਆ ਬੋਲਦੇ ਹਾਂ ਬੇਟਾ? ਅਗੇਤਰ ਸੰਖਿਆ। ਹੁਣ ਦੇਖੋ ਬੇਟਾ 4596, ਉਸ ਤੋਂ ਪਿਛਲੇ ਅੰਕ ਕਿਹੜਾ ਆ? ਸੰਖਿਆ ਕਿਹੜੀ ਹੈ? 4595। ਉਸ ਤੋਂ ਪਿਛਲੀ 4594, ਉਸ ਤੋਂ ਪਿਛਲੀ 4593 ਤੇ ਉਸ ਤੋਂ ਪਿਛਲੀ 4592। ਹੁਣ ਜਦੋਂ ਪਿਛਲੀ ਸੰਖਿਆ ਬੋਲਦੇ ਆ ਇਹਨੂੰ ਆਪਾਂ ਕੀ ਬੋਲਦੇ ਆ? ਪਿਛੇਤਰ ਸੰਖਿਆ। ਹੁਣ 4594 ਅਤੇ 4596 ਦੇ ਵਿਚਕਾਰ ਕਿਹੜੀ ਸੰਖਿਆ ਹੈ? 4595। ਇਹਨੂੰ ਕੀ ਬੋਲਾਂਗੇ ਆਪਾਂ? ਵਿਚਕਾਰਲੀ ਸੰਖਿਆ। ਇਸ ਤਰ੍ਹਾਂ ਬੇਟਾ ਤੁਸੀਂ ਕੋਈ ਹੋਰ ਸੰਖਿਆਵਾਂ ਲਓ, ਉਹਨਾਂ ਨੂੰ ਲਿਖੋ ਤੇ ਉਹਨਾਂ ਦੀ ਅਗੇਤਰ ਸੰਖਿਆ ਦੇਖੋ, ਉਹਦੀ ਪਿਛੇਤਰ ਸੰਖਿਆ ਦੇਖੋ ਕਿ ਕੀ ਆ। ਜਦੋਂ ਆਪਾਂ ਅਗਲੀ ਸੰਖਿਆ ਬੋਲਦੇ ਆ ਉਹਨੂੰ ਆਪਾਂ ਬੋਲਾਂਗੇ ਅਗੇਤਰ ਸੰਖਿਆ, ਤੇ ਜਦੋਂ ਪਿਛਲੀ ਸੰਖਿਆ ਬੋਲਾਂਗੇ ਉਹਨੂੰ ਕਵਾਂਗੇ ਪਿਛੇਤਰ ਸੰਖਿਆ। ਅੱਜ ਦੇ ਲਈ ਇੰਨਾ ਹੀ। ਧੰਨਵਾਦ। Hi kids, let's start the journey of learning. Let's learn English. Today we are going to learn how to make simple sentences from the picture. Today my topic is from lesson number 1, the elves and the shoemaker. Let's learn how to frame some sentences from the picture. Look at the picture. What do you see in this picture? Yes, there is a man. He is looking happy. There is a woman. She is smiling and also sewing a shirt. What else? There is a table, and on the table there are many clothes. What else you see in the picture? Yes, behind the man there is a sofa, and the color of the sofa is brown. Also wall and a door. And on the table there are 2 caps, shirts, trousers. Now, moving further, let's read sentences. Okay, ready? Let's start. First sentence. Yes, there is a man. Simple now? Okay, moving further. He is looking happy. There is a woman. She is smiling. There are many clothes on the table.
There are shirts on the table. There is a blue trousers on the table. There are 2 caps on the table. Some more. There is a sofa. The color of the sofa is brown. There is a door. The door is brown in color. Some more sentences are there. There is a man and a woman. Man is talking with the woman. Both of them are looking happy. There is a sofa and a door behind them. There are shirts, trousers, and caps on the table. So kids, today we learn how to frame simple sentence from the picture. Now you also try to frame some more sentence. ਅਸੀਂ ਗਤੀਵਿਧੀ ਕਰਨੀ ਹੈ ਉਹ ਹੈ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਾਂ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ। ਕੁਝ ਕੁ ਕਾਰਨਾਂ ਤੇ ਅਸੀਂ ਚਰਚਾ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾ ਕਾਰਨ ਹੈ ਕਿ ਇਹ ਦੇਸ਼ ਵਿਕਸਿਤ ਹਨ, ਡਿਵੈਲਪਡ ਕੰਟਰੀ ਹਨ। ਇਹ ਦੇਸ਼ ਕੀ ਨੇ? ਵਿਕਸਿਤ ਹਨ। ਵਿਕਸਿਤ ਦੇਸ਼ ਕਿਹੜਾ ਹੁੰਦਾ ਹੈ ਪਿਆਰੇ ਵਿਦਿਆਰਥੀਓ? ਜਿਸ ਦੇਸ਼ ਦੀ ਅਰਥ ਵਿਵਸਥਾ ਜਾਂ ਜੋ ਦੇਸ਼ ਆਰਥਿਕ ਤੌਰ 'ਤੇ ਹੈ ਜਿਹੜਾ ਮਜ਼ਬੂਤ ਹੁੰਦਾ, ਜਿਸ ਕੋਲ ਬਹੁਤ ਸਾਰੇ ਸਾਧਨ ਹੁੰਦੇ ਹਨ, ਜਾਂ ਅਸੀਂ ਜੇ ਸਧਾਰਨ ਭਾਸ਼ਾ ਦੇ ਵਿੱਚ ਕਹੀਏ ਕਿ ਜੋ ਦੇਸ਼ ਅਮੀਰ ਹੁੰਦਾ ਹੈ ਉਸ ਨੂੰ ਅਸੀਂ ਵਿਕਸਿਤ ਦੇਸ਼ ਕਹਿ ਦਿੰਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਸਾਡੀ ਨੌਜਵਾਨ ਪੀੜ੍ਹੀ ਦੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਇਹ ਦੇਸ਼ ਵਿਕਸਿਤ ਹਨ। ਇੱਥੇ ਜਿਹੜੇ ਸਾਧਨ ਹਨ ਰੁਜ਼ਗਾਰ ਦੇ ਬਹੁਤ ਜ਼ਿਆਦਾ ਹਨ। ਇਸ ਲਈ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਇੱਥੇ ਜਾ ਕੇ ਬਹੁਤ ਸਾਰਾ ਪੈਸਾ ਜਿਹੜਾ ਕਮਾਉਣਾ ਚਾਹੁੰਦੀ ਹੈ। ਇਹ ਵੀ ਇੱਕ ਮੁੱਖ ਕਾਰਨ ਹੈ ਜਿਹੜਾ ਹੋ ਸਕਦਾ ਹੈ। ਦੂਸਰਾ ਜਿਹੜਾ ਕਾਰਨ ਹੈ ਉਦਯੋਗਿਕ ਕ੍ਰਾਂਤੀ ਪਹਿਲਾਂ, ਕਿ ਜਿਹੜੇ ਇਹ ਦੇਸ਼ ਹਨ ਪਿਆਰੇ ਵਿਦਿਆਰਥੀਓ, ਇਹਨਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਹੈ ਜਿਹੜੀ ਜਾਂ ਇੰਡਸਟਰੀ ਹੈ ਜਿਹੜੀ ਉਹ ਬਹੁਤ ਪਹਿਲਾਂ ਆ ਗਈ ਸੀ। ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆ ਜਿਹੜਾ ਰੁਜ਼ਗਾਰ ਮਿਲਦਾ ਹੈ, ਬਹੁਤ ਸਾਰੇ ਵਰਕਰ ਹੈ ਜਿਹੜੇ ਇੱਥੇ ਕੰਮ ਕਰਦੇ ਹਨ। ਇਸ ਲਈ ਕੰਮ ਦੀ ਕੋਈ ਵੀ ਘਾਟ ਇਹਨਾਂ ਦੇਸ਼ਾਂ ਦੇ ਵਿੱਚ ਹੈ ਜਿਹੜੀ ਨਹੀਂ ਹੈਗੀ। ਇਸ ਲਈ ਸਾਡਾ ਯੂਥ ਹੈ ਜੋ ਆਪਣੇ ਦੇਸ਼ ਨੂੰ ਛੱਡ ਕੇ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦਾ। ਅਗਲਾ ਕਾਰਨ ਹੈ ਪਿਆਰੇ ਵਿਦਿਆਰਥੀ ਆਬਾਦੀ ਘੱਟ, ਕਿ ਇਹਨਾਂ ਦੇਸ਼ਾਂ ਦੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਘੱਟ ਹੈ। ਜੇਕਰ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਮੁਕਾਬਲੇ ਇਹਨਾਂ ਦੇਸ਼ਾਂ ਦੀ ਆਬਾਦੀ ਬਹੁਤ ਹੀ ਘੱਟ ਹੈ। ਇਸ ਲਈ ਜਿੱਥੇ ਫਿਰ ਆਬਾਦੀ ਘੱਟ ਹੁੰਦੀ ਹੈ ਉੱਥੇ ਫਿਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਹੈ ਜਿਹੜੇ ਜ਼ਿਆਦਾ ਮਿਲਦੇ ਹਨ। ਇਸ ਲਈ ਸਾਡਾ ਯੂਥ ਹੈ ਜਾਂ ਸਾਡੀ ਨੌਜਵਾਨ ਪੀੜ੍ਹੀ ਹੈ ਇਹਨਾਂ ਦੇਸ਼ਾਂ ਨੂੰ ਜਾਣਾ ਚਾਹੁੰਦੀ ਹੈ ਆਬਾਦੀ ਘੱਟ ਹੋਣ ਦੇ ਕਾਰਨ। ਅਗਲਾ ਮੁੱਖ ਕਾਰਨ ਹੈ ਪਿਆਰੇ ਵਿਦਿਆਰਥੀਓ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ। ਇੱਕ ਮੁੱਖ ਕਾਰਨ ਹੁੰਦਾ ਕਿਸੇ ਦੇਸ਼ ਦੇ ਵਿੱਚ ਜਾਣ ਦਾ। ਪਿਆਰੇ ਵਿਦਿਆਰਥੀਓ, ਜੇ ਅਸੀਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ ਤਾਂ ਇੱਥੇ ਸਿੱਖਿਆ ਦਾ ਪੱਧਰ ਹੈ ਜਿਹੜਾ ਬਹੁਤ ਹੀ ਉੱਚਾ ਹੈ ਅਤੇ ਸਿਹਤ ਸਹੂਲਤਾਂ ਜਿਹੜੀਆਂ ਇੱਥੇ ਬਹੁਤ ਹੀ ਚੰਗੀਆਂ ਹਨ। ਇਸ ਲਈ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਪੜ੍ਹਾਈ ਦੇ ਲਈ ਜਾਂ ਇੱਕ ਚੰਗੀ ਸਿਹਤ ਸਹੂਲਤ ਨੂੰ ਪ੍ਰਾਪਤ ਕਰਨ ਲਈ ਇਹਨਾਂ ਦੇਸ਼ਾਂ ਦੇ ਵਿੱਚ ਹੈ ਜਿਹੜੀ ਜਾ ਰਹੀ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਦੂਸਰੇ ਦੇਸ਼ਾਂ ਨੂੰ ਜਾ ਰਹੀ ਹੈ। ਅਗਲਾ ਜਿਹੜਾ ਮੁੱਖ ਕਾਰਨ ਹੈ ਪਿਆਰੇ ਵਿਦਿਆਰਥੀਓ ਰੁਜ਼ਗਾਰ ਦੇ ਜ਼ਿਆਦਾ ਮੌਕੇ, ਕਿਉਂਕਿ ਹਰ ਇੱਕ ਇਨਸਾਨ ਕੰਮ ਕਰਨਾ ਚਾਹੁੰਦਾ, ਆਪਣੀ ਰੋਜੀ ਰੋਟੀ ਖੁਦ ਕਮਾਉਣਾ ਚਾਹੁੰਦਾ। ਇਸ ਲਈ ਉਹ ਇਹਨਾਂ ਦੇਸ਼ਾਂ ਨੂੰ ਹੈ ਜਿਹੜਾ ਜਾ ਰਿਹਾ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਰੁਜ਼ਗਾਰ ਦੇ ਮੌਕੇ ਹਨ ਉਹ ਬਹੁਤ ਜ਼ਿਆਦਾ ਹਨ। ਆਬਾਦੀ ਘੱਟ ਹੈ, ਸਾਧਨ ਬਹੁਤ ਜ਼ਿਆਦਾ ਹਨ। ਇਸ ਲਈ ਇੱਥੇ ਰੁਜ਼ਗਾਰ ਹੈ ਜਿਹੜਾ ਜਾਂ ਕੰਮਕਾਰ ਆ ਹਰ ਇੱਕ ਖੇਤਰ ਦੇ ਵਿੱਚ, ਚਾਹੇ ਉਹ ਪ੍ਰਾਈਵੇਟ ਖੇਤਰ ਹੈ ਚਾਹੇ ਉਹ ਸਰਕਾਰੀ ਖੇਤਰ ਹੈ, ਉਸ ਦੇ ਵਿੱਚ ਕੰਮਕਾਰ ਦੇ ਜਿਹੜੇ ਮੌਕੇ ਨੇ ਉਹ ਬਹੁਤ ਜ਼ਿਆਦਾ ਹਨ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡਾ ਯੂਥ ਹੈ ਜੋ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਪਿਆਰੇ ਵਿਦਿਆਰਥੀਓ, ਇੱਕ ਬਹੁਤ ਵੱਡਾ ਹੋਰ ਕਾਰਨ ਹੈ ਕਿ ਅਸੀਂ ਜਿਹੜੀਆਂ ਬਹੁਤ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਚਾਹੁੰਦੇ ਹਾਂ, ਜੀਵਨ ਦੀਆਂ ਹੋਰ ਸਹੂਲਤਾਂ ਜਿਹੜੀਆਂ ਮਾਣਨ ਦੇ ਲਈ ਜਾਂ ਪ੍ਰਾਪਤ ਕਰਨ ਲਈ ਸਾਡਾ ਯੂਥ ਹੈ ਜਿਹੜਾ ਉਹ ਦੂਸਰੇ ਦੇਸ਼ਾਂ ਵੱਲ ਜਾ ਰਿਹਾ ਹੈ। ਜਿਵੇਂ ਅਸੀਂ ਹਰ ਇੱਕ ਜਿਹੜਾ ਇਨਸਾਨ ਹੈ ਉਹ ਚੰਗਾ ਘਰ ਚਾਹੁੰਦਾ ਹੈ, ਉਸ ਕੋਲ ਬਹੁਤ ਸਾਰੀਆਂ ਕਾਰਾਂ ਜਾਂ ਬਹੁਤ ਵਧੀਆ ਜਿਹੜੀ ਕੋਠੀ ਉਸ ਕੋਲ ਹੋਵੇ। ਇਸ ਲਈ ਸਾਡਾ ਯੂਥ ਹੈ ਜਿਹੜਾ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਸਾਰਾ ਕੁਝ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸੇ ਤਰ੍ਹਾਂ ਸਾਡੇ ਨਾਲ जुड़े रहो। नमस्कार प्यारे विद्यार्थियों, आप सबका आज की हिंदी कक्षा में हार्दिक अभिनंदन है। तो आज हम अपनी हिंदी की पाठ्य पुस्तक आओ हिंदी सीखें 5 की कविता जब बोलो में आए कठिन शब्दों के अर्थ करेंगे।
मिश्री। मिश्री का अर्थ है चीनी से बनी वस्तु। आपने घर पर देखी होगी, प्रसाद में मिलती है, छोटे छोटे चीनी के टुकड़े होते हैं। मिश्री का अर्थ है चीनी से बनी वस्तु। अगला शब्द लिखेंगे। अगला शब्द है मिश्री सी। मिश्री सी। तो मिश्री सी का अर्थ है मिठास से भरी हुई। जब हम किसी वस्तु या किसी की तुलना मिठास से करते हैं तब इन शब्दों का प्रयोग करते हैं। मिश्री सी अर्थात मिठास से भरी हुई। अगला शब्द है रच रच बोलना। रच रच बोलना। तो रच रच बोलना का मतलब है अपने आप बातें बनाकर कहना, मनगढ़ंत बात बनाना जो सच नहीं होता। तो रच रच बोलना का अर्थ है आप बात बनाकर कहना। अगला शब्द है मन की गांठें। मन की गांठें। मन की गांठें अर्थात मन में छिपी बात। मन की गांठें अर्थात मन में छिपी बात। तो बच्चों, ये थे पाठ में आए कुछ मुश्किल शब्दों के अर्थ। चलो अब हम कुछ शब्दों से मिलते हुए शब्द बनाते हैं जिन्हें हम तुकांत शब्द कहते हैं। जैसे हमसे तुकांत मिलाते हुए शब्द अगर हम लिखें तो कौन से होंगे? हम, कम, गम, चम, छम आदि। आगे हम तुकांत शब्द करते हैं। आज मैं आपको कुछ शब्दों के एक एक तुकांत शब्द लिखवाऊंगी, बाकी आप कोशिश कर कर और शब्द खुद बनाएंगे। चलो अब आगे करते हैं। तो पहला शब्द है जब। जब का तुकांत तब। जब, तब। अगला शब्द सच। सच, सच से मिलता हुआ रच। सच, रच। अगला शब्द झुक। झुक, रुक। झुक, रुक। अगला शब्द बोलो। बोलो, खोलो। बोलो, खोलो। जी बच्चों, अब आपकी स्क्रीन पर कुछ वाक्य आएंगे जिनमें एक शब्द नहीं लिखा होगा। उस शब्द का स्थान रिक्त होगा, मतलब खाली होगा। दिए हुए शब्दों में से आपको उचित शब्द चुनकर वह वाक्य पूरे करने हैं। तो चलो रिक्त स्थान भरते हैं। पहले मैं आप सबको कुछ शब्द बोलूंगी, उनमें से ही शब्द आपके रिक्त स्थान में लिखे जाएंगे। तो शब्द हैं हंसकर, आदर, बुरी, रोकर, मिलजुल कर। चलिए वाक्य पूरे करते हैं। तो पहला वाक्य है ऊंची आवाज में चीखकर बोलना आदत है। कैसी आदत है? रिक्त स्थान में क्या भरेंगे? बुरी। ऊंची आवाज में चीखकर बोलना बुरी आदत है। अगला वाक्य हमें, रिक्त स्थान है, हमें बोलना चाहिए। कैसे बोलना चाहिए? हमें हंसकर बोलना चाहिए। अगला वाक्य हमें आपस में डैश रहना चाहिए। रिक्त स्थान में क्या आएगा? हमें कैसे रहना चाहिए? हमें मिलजुल कर रहना चाहिए। अगला वाक्य अपनी बात कहने वाले बच्चे किसको नहीं भाते। खाली स्थान था, रिक्त स्थान था। अपनी बात कहने वाले बच्चे किसको नहीं भाते? जी, रोकर अपनी बात कहने वाले बच्चे किसी को नहीं भाते। अगला वाक्य हमें बड़ों का, फिर रिक्त स्थान है, करना चाहिए। क्या करना चाहिए हमें बड़ों का? जी, हमें बड़ों का आदर करना चाहिए।
तो प्यारे विद्यार्थियों, आप सबने बताए गए कार्य को लिखना भी है और याद भी करना है। तो कल फिर एक नए उपविषय के साथ आप सबके रूबरू होंगे। तब तक के लिए धन्यवाद।